मैंने पूछा कि कल की है, कहते कल 12 फरवरी है। मैं कल की है, कहते 12 फरवरी है। मैं कहा कल की है, कहते कल सैटरडे है। मैं फिर नाराज हो गई। वो कह रहे आई लव यू ना, आई वांट टू मैरी विद यू ना। मैं कहा मैंने कुछ सुनाई नहीं दे रहा। यस है, यस, इन्हें रोको, ये गल चल रही है उस टाइम। मान लो 14 फरवरी ਨੂੰ ਵੀ ਪੂਰਾ ਦਿਨ ਤੁਸੀਂ ਸੱਜ ਕੇ ਬਹਿ ਗਏ, ਮੈਂ ਕਹਿੰਦੀ ਹਾਂ ਮੈਨੀਕਿਉਰ ਸ਼ੈਨੀਕਿਉਰ ਪੈਡੀਕਿਉਰ ਪਿਊਡੀਕਿਉਰ ਹੋ ਗਏ, ਬਾਲ ਵੀ ਸਪਾ ਹੋ ਗਏ, ਐਵਰੀਥਿੰਗ ਹੈ। ਐਨ ਮੌਕੇ ਤੇ ਡਿਨਰ ਡੇਟ ਤੇ ਭਾਜੀ ਕਹਿ ਦੇਣ ਕਿ ਯਾਰ ਮੈਂ ਤਾਂ ਥੱਕਿਆ ਵਾਲਾ, ਰਹਿਣ ਦੇ ਅੱਜ ਨਹੀਂ, ਫੇਰ ਕਦੇ ਚੱਲਦੇ। ਇਹੋ ਜਿਹਾ ਕੁਝ ਮੰਨ ਲਓ ਕੁਝ ਵੀ ਬਹਾਨਾ ਲਾਤਾ, ਫੇਰ ਕੀ ਹੋਊਗਾ? ਮੈਂ ਜਦੋਂ ਕਿਹਾ ਸੀਗਾ ਮੈਂ ਵੀ ਤੇ ਇਹੀ ਸਵਾਲ ਕਿਹਾ ਸੀਗਾ, ਮੇਰਾ ਵੀ ਤੇ ਇਹੀ ਜਵਾਬ ਸੀਗਾ। ਅੱਲਾ ਹੁਣ ਆਪਣੀ ਵਾਰੀ ਨਾ 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 ਹੁਣ ਆਪਣੀ ਵਾਰੀ ਅਲੱਗ-ਅਲੱਗ ਨਹੀਂ ਕਰ ਸਕਦੇ, ਮੇਰੀ ਵਾਰੀ ਅਲੱਗ-ਅਲੱਗ ਹੋ ਸਕਦਾ ਹੈ। ਮੈਂ ਨਾਨੀ ਜੀ ਕਿਹਾ ਸੀ। ਤੁਸੀਂ ਜਦੋਂ ਸਹੁਰੇ ਜਾਂਦੇ ਹੋ ਤੇ ਫਿਰ ਕਿਉਂਕਿ ਜਵਾਈਆਂ ਨੂੰ ਤਾਂ ਵੈਸੇ ਹੀ ਮਤਲਬ ਇਤਿਹਾਸ ਗਵਾ ਰਿਹਾ ਕਿ ਜਵਾਈਆਂ ਨੂੰ, ਪ੍ਰਾਹੁਣਿਆਂ ਨੂੰ, ਜੀਜਿਆਂ ਨੂੰ, ਫੁੱਫੜਾਂ ਨੂੰ, ਹੈ ਨਾ, ਇਹਨਾਂ ਨੂੰ ਮੈਂ ਕਹਿੰਦੀ ਹਾਂ ਪੰਜਾਬੀ ਸੱਭਿਆਚਾਰ 'ਚ ਜਾਂ ਪੰਜਾਬੀ ਰਿਸ਼ਤਿਆਂ 'ਚ ਜਦੋਂ ਗੱਲ ਆਉਂਦੀ ਬੜਾ ਜ਼ਿਆਦਾ ਮਾਣ ਦਿੱਤਾ ਜਾਂਦਾ। ਸੋ ਤੁਹਾਨੂੰ ਜਦੋਂ ਸਹੁਰੇ ਜਾਂਦੇ ਹੋ ਕਿੰਨਾ ਕੁ ਸਤਿਕਾਰ ਮਿਲਿਆ, ਫਿਰ ਕੀ ਟਰੀਟਮੈਂਟ ਹੁੰਦੇ, ਬੰਦੇ ਕੁੱਕੜ ਸ਼ੁੱਕੜ? ਮਤਲਬ ਖਾਣ ਪੀਣ ਦਾ ਇੰਨਾ ਸਮਾਨ ਹੁੰਦਾ ਕਿ ਮੈਂ ਸੋਚ ਕੇ ਜਾਂਦਾ ਕਿ ਯਾਰ ਮੈਂ ਲੰਚ ਔਰ ਡਿਨਰ ਮਿਸ ਕਰਕੇ ਜਾਵਾਂਗਾ ਤਾਂ ਉੱਥੇ ਜਾ ਕੇ ਖਾ ਪਾਵਾਂਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਆਕਾਂक्षा ਸੋਢੀ। ਦਰਸ਼ਕੋ, ਚੱਲ ਰਿਹਾ ਹੈ ਪਿਆਰ ਦਾ ਮਹੀਨਾ, ਯਾਨੀ ਕਿ ਉੱਤੋਂ ਚੱਲ ਰਿਹਾ ਹਫਤਾ ਪਿਆਰ ਵਾਲਾ, ਵੈਲੈਂਟਾਈਨਸ ਵੀਕ। 14 ਫਰਵਰੀ ਕੁਛ ਹੀ ਦਿਨਾਂ ਦੇ ਵਿੱਚ ਹੈਗੀ ਹੈ ਤੇ ਅੱਜ ਮੈਨੂੰ ਤਾਂ ਪਤਾ ਨਹੀਂ ਕਿਹੜਾ ਦਿਨ ਹੈ, ਹੋਣਾ ਹੈ ਕੋਈ ਟੈਡੀ ਸ਼ੈਡੀ ਡੇ। ਦੇਖੋ ਅਸੀਂ ਹੈਗੇ ਆ ਸਿੰਗਲ ਬੰਦੇ, ਸਾਡਾ ਕੋਈ ਧਿਆਨ ਨਹੀਂ ਕਿਹੜਾ ਵੀਕ ਚੱਲੀ ਜਾਂਦਾ, ਕਿਹੜੇ ਦਿਨ ਚੱਲੀ ਜਾਂਦੇ ਆ, ਠੀਕ ਹੈ। ਕਦੀ ਛੋਟੇ ਹੁੰਦੇ ਵੈਸੇ ਹੀ ਚਾਹ ਹੁੰਦਾ ਸੀਗਾ ਕਿ ਚੌਕਲੇਟਾਂ ਖਾਣੀਆਂ ਨੇ, ਪਰ ਹੁਣ ਤਾਂ ਕਿੱਥੇ ਧਿਆਨ। ਹੁਣ ਤਾਂ ਜੀ ਦਿਨ ਹੈਗੇ ਨੇ ਇਹ ਜੋੜੀਆਂ ਦੇ। ਤਾਂ ਅੱਜ ਇੱਦਾਂ ਹੀ ਇੱਕ ਸਾਡੇ ਨਾਲ ਬੜੀ ਰੋਮਾਂਟਿਕ ਜੀ, ਬੜੀ ਪਿਆਰੀ ਜੀ ਤੇ ਖਾਸ ਗੱਲ ਇਹ ਹੈ ਕਿ ਅੱਜ ਉਹਨਾਂ ਦੇ ਵਿਆਹ ਨੂੰ ਵੀ 2 ਮਹੀਨੇ ਹੋ ਗਏ ਨੇ। ਚੂੜਾ ਪਾਇਆ ਹੋਇਆ ਕੁੜੀ ਨੇ ਲਾਲ ਲਾਲ, ਤੇ ਦੇਖੋ ਮੇਰੇ ਕੋਲ ਹੈਗੀ ਆ ਉਹਨਾਂ ਦਾ ਪਿਆਰਾ ਜਿਹਾ, ਪਤਾ ਨਹੀਂ ਕਿੰਨੇ ਗਿਫਟ ਦਿੱਤਾ ਹੋਣਾ ਇੱਕ ਦੂਜੇ ਨੂੰ ਇਹ, ਪਰ ਕਿਸੇ ਨੇ ਤਾਂ ਦਿੱਤਾ। ਸੋ ਅੱਜ ਗੱਲ ਕਰਾਂਗੇ ਕਮਲਪ੍ਰੀਤ ਤੇ ਉਹਨਾਂ ਦੀ ਵਾਈਫ ਦੇ ਨਾਲ। ਸੋ ਸਤਿ ਸ਼੍ਰੀ ਅਕਾਲ ਤੁਹਾਨੂੰ ਦੋਨਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਅੱਛਾ ਦੇਖੋ, ਮੈਂ ਭਾਬੀ ਨੂੰ ਪਹਿਲੀ ਵਾਰੀ ਪੁੱਛ ਰਹੀ ਹਾਂ ਤੇ ਉਹ ਇੱਕ ਰਿਸਪੈਕਟ ਕਹਿ ਲਓ, ਜਿਵੇਂ ਮਰਜ਼ੀ ਕਹਿ ਲਓ, ਹਮੇਸ਼ਾ ਭਾਬੀ 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 ਕਰੀਦਾ। ਨਾਮ ਭੁੱਲ ਗਈ ਮੈਂ ਪੁੱਛਣਾ। ਭਾਬੀ ਨਾਮ ਤੁਸੀਂ ਆਪ ਹੀ ਦੱਸ ਦਿਓ। ਹਾਂਜੀ, ਮੈਂ ਰਾਮਪ੍ਰੀਤ ਹੈ, ਉਹ ਤੁਸੀਂ ਮੈਨੂੰ ਰਾਮ ਜਾਂ ਸਖੀ ਕਹਿ ਸਕਦੇ ਹੋ। ਵਾਓ ਵਾਓ, ਰਾਮ। ਮੈਂ ਸਖੀ ਕਹੂੰਗੀ, ਠੀਕ ਹੈ, ਸਖੀ, ਕਿਉਂਕਿ ਮੇਰੀ ਸਹੇਲੀ ਉਹ ਵੀ ਆਂਦਾ ਨਾ। ਸੋ ਕਮਲ ਭਾਜੀ ਕਿੱਦਾਂ? ਵੈਰੀ ਗੁੱਡ ਜੀ, ਫਸਟ ਕਲਾਸ, ਚੜ੍ਹਦੀ ਕਲਾ, ਕੈਮੋ ਕੈਮ। ਭਾਬੀ ਕਿੱਦਾਂ? ਬਹੁਤ ਅੱਛਾ, ਵੈਸੇ ਵੈਲੈਂਟਾਈਨ ਵੀਕ ਚੱਲ ਰਿਹਾ ਤੇ ਸ਼ੁਰੂਆਤ ਇੱਥੋਂ ਹੀ ਕਰਦੇ ਆ ਕਿ ਮੈਨੂੰ ਤਾਂ ਡੇਜ਼ ਭੁੱਲ ਗਏ। ਇਹ ਤੁਹਾਡੇ ਹੁਣ ਦੇਖਦੇ ਪਿਆਰ ਦੀ ਵੀ ਅਗਨੀ ਪ੍ਰੀਖਿਆ ਹੈ ਕਿ ਤੁਹਾਨੂੰ ਵੈਲੈਂਟਾਈਨ ਵੀਕ ਤੇ ਸਾਰੇ ਡੇਜ਼ ਦੇ ਨਾਮ ਯਾਦ ਹੈ? ਬੜਾ ਔਖਾ ਜਿਹਾ ਹੈ ਕਿਉਂਕਿ ਅਸੀਂ ਨਾ ਪਾਰਟਿਕੂਲਰ ਡੇਜ਼ ਨਹੀਂ ਰੱਖੇ ਹੋਏ ਚਾਕਲੇਟ ਦੇਣ ਵਾਸਤੇ। ਅਸੀਂ ਸਾਲ ਹੀ ਰੱਖ ਲਿਆ। ਅੱਛਾ, ਸਾਲ ਪੂਰਾ ਸਾਲ ਹੀ ਸਾਡਾ ਸਾਰਾ। ਮੀਨਸ ਜੇ ਲੱਗਾ ਨਾ ਕਿ ਅੱਜ ਫੀਲ ਹੋ ਰਿਹਾ ਕਿ ਕੋਈ ਚਾਕਲੇਟ ਦੇਣੀ ਚਾਹੀਦੀ ਹੈ ਤੇ ਅੱਜ ਚਾਕਲੇਟ ਡੇ ਹੋ ਗਿਆ, ਠੀਕ ਹੈ। ਤੇ ਜੇ ਲੱਗਾ ਕਿ ਟੈਡੀ ਦੇਣਾ ਚਾਹੀਦਾ ਤੇ ਅੱਜ ਟੈਡੀ ਡੇ ਹੋ ਗਿਆ, ਇਸ ਤਰ੍ਹਾਂ ਕਰਦਾ। ਜੇ ਦਿਲ ਕਰੇ ਕੁਛ ਨਾ ਦੇਣ ਦਾ ਤੇ ਕੁਛ ਨਾ ਦੇਣ, ਅੱਜ ਕੁਛ ਨਹੀਂ ਦੇਣਾ। ਵੈਸੇ ਅੱਜ ਜਿਵੇਂ ਗੱਲ ਕਰੀਏ ਤਾਂ ਇਹ ਜਿਹੜਾ ਵੀਕ ਚੱਲ ਰਿਹਾ, ਕਿਉਂਕਿ ਵਿਆਹ ਤੋਂ ਬਾਅਦ ਪਹਿਲੀ ਵਾਰੀ ਹੈ ਨਾ ਵੈਲੈਂਟਾਈਨ ਵੀਕ ਆ ਰਿਹਾ, ਵਿਆਹ ਤੋਂ ਬਾਅਦ ਪਹਿਲੀ ਲੋਹੜੀ, ਹਰ ਚੀਜ਼ ਦੀ ਬੜੀ ਐਕਸਾਈਟਮੈਂਟ ਹੁੰਦੀ ਆ। ਸੋ ਇਸ ਵੀਕ ਦੇ ਵਿੱਚ ਹਲੇ ਫਿਲਹਾਲ ਕੁਝ ਮਿਲਿਆ ਭਾਬੀ ਭਰਾ ਵੱਲੋਂ, ਵੀਰੇ ਵੱਲੋਂ? ਵੈਸੇ ਫਿਲਹਾਲ ਮੁੰਬਈ ਗਏ ਹੋਏ ਸੀ ਤੇ ਵਾਪਸ ਆਏ ਨੇ। ਵਾਪਸ ਆ ਕੇ ਵੀ ਕਹਿ ਰਹੇ ਸੀ ਕਿ ਮੇਰੇ ਕੋਲ ਟਾਈਮ ਨਹੀਂ ਮਿਲਿਆ ਹਜੇ ਤੱਕ ਮੈਨੂੰ। ਵੈਸੇ ਮੈਂ ਵੇਟ ਕਰਦੀ ਰਹੀ ਕਿ ਮੈਨੂੰ ਥੋੜਾ ਟਾਈਮ ਦਿਓ ਤੁਸੀਂ, ਲੇਕਿਨ ਉਹ ਮੇਰੀ ਮੀਟਿੰਗ ਹੈ ਬਸ ਇਹ ਮਿਲਿਆ ਹੈ। ਇਹ ਤਾਂ ਗਲਤ ਗੱਲ ਹੈ ਵੈਸੇ, ਹੈ ਨਾ ਭਾਜੀ ਤੁਹਾਡੇ ਵਾਸਤੇ? ਏਦਾਂ ਸਭ ਤੋਂ ਪਹਿਲੇ ਜ਼ਰੂਰੀ ਹੁੰਦਾ ਕੰਮ ਨਾਲ ਤੁਹਾਡੇ ਭਾਗ ਹੁੰਦੇ ਆ। ਜੇ ਤੁਹਾਡੇ ਕੋਲ ਇਫ ਯੂ ਆਰ ਨਾਟ ਵਰਕਿੰਗ ਐਂਡ ਇਫ ਯੂ ਆਰ ਡੂਇੰਗ ਐਵਰੀਥਿੰਗ ਐਲਸ, that doesn't make sense। ਕੰਮ ਹੈ ਤੇ ਸਾਰਾ ਕੁਛ ਹੈ, ਬਾਕੀ ਚੀਜ਼ਾਂ ਤੇ ਹੋ ਹੀ ਜਾਂਦੀਆਂ ਹੁੰਦੀਆਂ ਹੈ ਨਾ। ਤੇ ਟਾਈਮ ਕੱਢਣਾ, ਟਾਈਮ ਦੇਣਾ, ਟਾਈਮ ਰੱਖਣਾ, ਟਾਈਮ ਸੰਭਾਲਣਾ, ਕਿੰਨਾ ਕੁ ਟਾਈਮ ਦੇਣਾ, ਕਿੰਨਾ ਕੁ ਟਾਈਮ ਨਹੀਂ ਦੇਣਾ, ਉਹ ਚੀਜ਼ਾਂ ਸਭ ਮੈਨੇਜੇਬਲ ਹੈ ਬਟ ਆਫਟਰ ਵਰਕ। ਮੈਨੂੰ ਲੱਗਦਾ ਇਹ ਬਹਾਨਾ ਨਾ ਯੂਨੀਵਰਸਲ ਹੋ ਜਾਣਾ ਚਾਹੀਦਾ ਸਾਰੇ ਹਸਬੈਂਡਸ ਲਈ, ਹੈ ਨਾ, ਵੈਲੈਂਟਾਈਨਸ ਨੂੰ ਟਾਲਣ ਲਈ। ਹੁਣ ਮੈਂ ਤਾਂ ਸਿੰਗਲ ਆ ਦੇਖੋ, ਪਰ ਮੇਰੇ ਵਾਲਾ ਜਿੱਥੇ ਵੀ ਆ ਇੰਟਰਵਿਊ ਦੇਖ ਰਿਹਾ ਨਾ ਕੱਲ ਨੂੰ, ਤਾਂ ਮੈਂ ਪਹਿਲੇ ਹੀ ਕਹਿਤਾ ਮੈਨੂੰ ਵੈਲੈਂਟਾਈਨ ਦੇ ਹਰ ਡੇ ਤੇ ਕੁਛ ਨਾ ਕੁਛ ਚਾਹੀਦਾ। ਸਹੀ ਹੈ ਨਾ ਭਾਬੀ? ਹਾਂ, ਮੈਂ ਉਹਨਾਂ ਨੂੰ ਪੁੱਛਿਆ ਕਿ ਕੱਲ ਕੀ ਹੈ, ਕਹਿੰਦੇ ਕੱਲ 12 ਫਰਵਰੀ ਹੈ। ਮੈਂ ਕੱਲ ਕੀ ਹੈ, ਕਹਿੰਦੇ 12 ਫਰਵਰੀ ਹੈ। ਮੈਂ ਕਿਹਾ ਕੱਲ ਕੀ ਹੈਗਾ, ਕਹਿੰਦੇ ਕੱਲ ਸੈਟਰਡੇ ਹੈਗਾ। ਮੈਂ ਫਿਰ ਨਾਰਾਜ਼ ਹੋ ਗਈ ਕਿ ਗਲਤ ਗੱਲ ਹੈ ਵੀ, ਤੁਹਾਨੂੰ ਇੰਨਾ ਵੀ ਨਹੀਂ ਪਤਾ ਕਿ ਸਾਡੇ 2 ਮੰਥਸ ਕੰਪਲੀਟ ਹੋ ਚੁੱਕੇ ਆ। ਔਰ ਯਾਦ ਇਹਨੂੰ ਮੈਂ ਹੀ ਕਰਾਇਆ ਸੀ ਕੱਲ 12 ਫਰਵਰੀ ਹੈਗਾ, ਉਹ ਭੁੱਲ ਗਈ ਸੀਗੀ ਇਹ। ਸੋ ਵਿਆਹ ਨੂੰ ਤਾਂ ਤੁਹਾਡੇ 2 ਸਾਲ ਹੋ ਗਏ ਐ। ਸੋ ਆਪਾਂ 2 ਮਹੀਨੇ ਹੋ ਗਏ।
ਹਾਂ 2 ਸਾਲ ਵੀ ਹੋਣਗੇ ਜਲਦੀ। ਸੋ ਵਿਆਹ ਨੂੰ 2 ਮਹੀਨੇ ਹੋ ਚੁੱਕੇ ਹੈ ਤੇ ਉਹਦੇ ਵਿੱਚ ਤੁਹਾਡੇ ਪਹਿਲੇ ਤਿਉਹਾਰ ਵੀ ਆ ਚੁੱਕੇ, ਮੇਰੇ ਖਿਆਲ ਦੀਵਾਲੀ ਤੋਂ ਬਾਅਦ ਤੁਹਾਡਾ ਵਿਆਹ ਹੋਇਆ ਸੀ। ਦਸੰਬਰ ਚ ਹੋਇਆ ਸੀ ਕ੍ਰਿਸਮਸ। ਹਾਂ ਕ੍ਰਿਸਮਸ। ਸੋ ਉਸ ਤੋਂ ਬਾਅਦ ਅਗਰ ਆਪਾਂ ਹੁਣ ਗੱਲ ਕਰੀਏ ਵਿਆਹ ਦੀ, ਤੇ ਵਿਆਹ ਤੱਕ ਇਹ ਗੱਡੀ ਪਹੁੰਚੀ ਕਿੱਦਾਂ, ਕਿਉਂਕਿ ਤੁਸੀਂ ਵੀ ਦੋਨੋਂ ਇੱਕੋ ਇੰਡਸਟਰੀ ਤੋਂ, ਅਗਰ ਆਪਾਂ ਸਖੀ ਦੀ ਗੱਲ ਕਰੀਏ ਤਾਂ ਉਹ ਐਂਕਰ ਨੇ, ਤੇ ਕਮਲ ਤਾਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਇੱਕ ਐਕਟਰ ਨੇ। ਸੋ ਇਹ ਜਿਹੜਾ ਐਕਟਰ ਔਰ ਐਂਕਰ ਦਾ ਮਿਲਣਾ ਤਾਂ ਕੋਈ ਵੱਡੀ ਗੱਲ ਹੋਏਗੀ ਨਹੀਂ, ਕਿਸੇ ਇੰਟਰਵਿਊ ਤੇ ਕਿਤੇ ਜਾਂ ਕਿਸੇ ਇਵੈਂਟ ਤੇ ਮਿਲ ਗਏ ਹੋਣਗੇ, ਲੇਕਿਨ ਫਿਰ ਵੀ ਅਸੀਂ ਜਾਣਨਾ ਚਾਹਾਂਗੇ ਕਿ ਇਹ ਲਵ ਸਟੋਰੀ ਸਟਾਰਟ ਕਿੱਦਾਂ ਹੋਈ, ਵਿਆਹ ਤੱਕ ਗੱਡੀ ਕਿੱਦਾਂ ਪਹੁੰਚੀ, ਕਿਹਦੇ ਪੈਰੈਂਟਸ ਜਿਹੜੇ ਥੋੜੇ ਔਖੇ ਮੰਨੇ ਤਾਂ ਕਿਹਦੇ ਜਿਹੜੇ ਸੌਖੇ ਮੰਨ ਗਏ, ਸਾਰਾ ਕੁਝ ਜਾਣਾਂਗੇ ਪਰ ਆਰਾਮ ਨਾਲ। ਅੱਛਾ, ਤੁਸੀਂ ਇਹਦੀ ਸਟਾਰਟਿੰਗ ਨਾ ਇਹਨਾਂ ਤੋਂ ਕਰੋ, ਉਹਦਾ ਸਾਰੀ ਸਟਾਰਟਿੰਗ, ਸਾਰੀ ਕੁਝ, ਸਟਾਰਟਿੰਗ ਵੀ, ਐਂਡਿੰਗ ਵੀ, ਮਿਡ ਵੀ, ਉੱਪਰ ਹਰ ਚੀਜ਼, ਸਾਰਾ ਕੁਝ ਮੈਂ ਕਰਨਾ ਹੈ। ਮੈਂ ਕਰਦੀ ਹਾਂ। ਐਕਚੁਅਲੀ ਅਸੀਂ ਫੇਸਬੁੱਕ ਫਰੈਂਡ ਸੀ ਪਹਿਲਾਂ, ਕਿਸੇ ਪ੍ਰੋਫੈਸ਼ਨਲ ਬੇਸ ਦੇ ਉੱਪਰ ਗੱਲਬਾਤ ਕਰਦੇ ਰਹਿੰਦੇ ਸੀ, ਤੇ 5 ਇਅਰਸ ਹੋ ਚੁੱਕੇ ਆ ਸਾਨੂੰ ਆਪਸ ਵਿੱਚ ਗੱਲਬਾਤ ਕਰਦੇ ਹੋਏ। ਔਰ ਮੈਂ ਸੋਚਦੀ ਹੁੰਦੀ ਸੀ ਕਿ ਇਹ ਮੁੰਡਾ ਵਿਲਾਇਤੀ ਭਾਬੀ ਕਰਦਾ ਹੈ ਤੇ ਗੱਲ ਮੇਰੇ ਨਾਲ ਕੋ ਕਰਦਾ, ਮੀਨਸ ਕਿ ਉੱਥੇ ਇੰਨੀ ਕੈਂਟ ਹੀਰੋਇਨ ਬੈਠੀ ਹੋਈ ਹੈ ਗੱਲ ਗੁੱਲ ਕਰਨ ਵਾਸਤੇ, ਤੇ ਇਹਨਾਂ ਮੈਨੂੰ ਮੈਸੇਜ ਕਰਨਾ ਕਿ ਹਾਂ ਮੈਂ ਇਸ ਟਾਈਮ ਤੇ ਇੱਥੇ ਹਾਂ। ਮੈਂ ਕਿਹਾ ਅੱਛਾ, ਬੜੇ ਇੰਟਰਸਟਿਡ ਨੇ, ਲੇਕਿਨ ਔਰ ਮਨ ਵਿੱਚ ਇਹ ਨਹੀਂ ਸੀ ਕਿ ਮੈਂ ਉਹਨਾਂ ਨੂੰ ਮੈਰਿਜ ਕਰਨੀ ਹੈ। ਬਸ ਇਹ ਚੱਲਦਾ ਗਿਆ ਚੱਲਦਾ ਗਿਆ ਚੱਲਦਾ ਗਿਆ। ਕੋਵਿਡ ਟਾਈਮ ਦੇ ਵਿੱਚ ਸਾਡੀ ਹੋਰ ਗੱਲਾਂ ਕਰਨੀ ਸ਼ੁਰੂ ਹੋ ਗਈਆਂ ਸੀ, ਉਦੋਂ ਸਾਰੇ ਵਿਹਲੇ ਸੀ। ਤੇ ਪੀਜੀ ਵਿੱਚ ਮੈਂ ਬਿਲਕੁਲ ਫ੍ਰੀ, ਤੇ ਕਦੀ ਕੈਰਮ ਖੇਲ ਲਿਆ, ਕਦੀ ਚੈਸ ਖੇਡ ਲਈ, ਔਰ ਕਦੀ ਮੈਂ ਕਵਲ ਨਾਲ ਗੱਲ ਕਰ ਲਿੱਤੀ। ਉਸੇ ਚੱਕਰ ਦੇ ਵਿੱਚ ਗੱਲ ਬਣ ਗਈ ਤੇ ਕੁੜੀ ਫਸ ਗਈ। ਔਰ ਪਤਾ ਇਹਨਾਂ ਨੇ ਮੈਨੂੰ ਕਿੱਥੇ ਪ੍ਰਪੋਜ਼ ਕੀਤਾ ਹੈ? ਮੈਰੀ ਗੋ ਰਾਉਂਡ ਦੇ ਉੱਪਰ ਜਾ ਕੇ, ਜਿੱਥੇ ਮੈਂ ਡਰ ਰਹੀ ਹਾਂ ਉੱਥੇ ਕਹਿ ਰਹੇ ਆਈ ਲਵ ਯੂ। ਮੈਂ ਕਿਹਾ ਵਾਹ, ਉੱਥੇ ਤੇ ਯੈਸ ਕਰਨੀ ਬਣਦੀ ਹੈ ਨਾ, ਕਿ ਇਹਨੂੰ ਰੋਕੋ। ਮੈਨੂੰ ਪਤਾ ਹੈ ਜਾਂ ਤਾਂ ਯੈਸ ਜਾਂ ਫਿਰ ਧੱਕਾ। ਮਤਲਬ ਮੈਂ ਸਮਝ ਨਹੀਂ ਸਕਦੀ, ਕੁੜੀ ਆਲਰੇਡੀ ਡਰੀ ਹੋਈ ਹੈ, ਇੱਕ ਆਲਰੇਡੀ ਇੱਕ ਸ਼ੌਕ 'ਚ ਹੈ, ਇੱਕ ਹੋਰ ਝਟਕਾ ਦੇਤਾ। ਪਾਪਾ ਵੀ ਕੀ ਰਿਐਕਸ਼ਨ ਸੀ, ਲਾਈਕ ਕੀ ਸੋਚਿਆ ਵੀ ਹੈ ਆ ਕੀ ਹੋ ਗਿਆ? ਮੀਨਸ ਮੈਂ ਉੱਥੇ ਉੱਪਰ ਤੇ ਚੱਲ ਰਿਹਾ, ਉਹ ਕਹਿ ਰਹੇ ਆਈ ਲਵ ਯੂ ਨਾ, ਆਈ ਵਾਂਟ ਟੂ ਮੈਰੀ ਵਿਦ ਯੂ ਨਾ। ਮੈਂ ਕਿਹਾ ਮੈਨੂੰ ਕੁਝ ਸੁਣਾਈ ਨਹੀਂ ਦੇ ਰਿਹਾ, ਯੈਸ ਹੈ ਯੈਸ, ਇਹਨੂੰ ਰੋਕੋ ਇਹਨੂੰ ਰੋਕੋ। ਇਹ ਗੱਲ ਚੱਲ ਰਹੀ ਉਸ ਟਾਈਮ ਦੇ ਉੱਪਰ। ਸੋ ਓਕੇ, ਇਹ ਤਾਂ ਹੋ ਗਈ ਪ੍ਰਪੋਜ਼ ਦੀ ਗੱਲ, ਹਾਂ ਵੀ ਹੋ ਗਈ, ਚਲੋ ਇੱਕ ਤਰ੍ਹਾਂ ਮੰਨਾਂਗੇ ਭਾਵੇਂ ਧੱਕਾ ਹੀ ਹੋਇਆ। ਵੈਸੇ ਅੰਦਰੋਂ ਸੀਗਾ ਦਿਲ ਦੇ ਵਿੱਚ ਕਿ ਹਾਂ ਇਹ ਮੈਨੂੰ ਕਦੇ ਪ੍ਰਪੋਜ਼ ਕਰਦੇ, ਜਾਂ ਯਾਰ ਇਹ ਮੇਰਾ, ਮਤਲਬ ਸਹੇਲੀਆਂ ਨਾਲ ਕਦੀ ਗੱਲ ਕੀਤੀ ਸੀ ਕਿ ਯਾਰ ਇੱਕ ਮੁੰਡਾ ਹੈ ਕਮਲ? ਐਕਚੁਅਲੀ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੈ। ਜਦੋਂ ਵੀ ਕੋਈ ਜਣਾ ਆਪਣਾ ਸਟੈਪ ਰੱਖਦਾ ਅੱਗੇ, ਉਹ ਇਸ ਲਈ ਰੱਖਦਾ ਹੈ ਕਿਉਂਕਿ ਉਹਨੂੰ ਲੱਗਦਾ ਹੈ ਕਿ ਉਹਦੇ ਮਨ ਦੇ ਵਿੱਚ ਵੀ ਇਹ ਗੱਲ ਚੱਲਦੀ ਪਈ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਮੈਨੂੰ ਪ੍ਰਪੋਜ਼ ਕੀਤਾ, ਇਹ ਕਹਿ ਸਕਦੇ ਅਸੀਂ ਦੋਨਾਂ ਨੇ ਪ੍ਰਪੋਜ਼ ਕੀਤਾ ਇੱਕ ਦੂਸਰੇ ਨੂੰ। ਇਹ ਚੀਜ਼ ਹੈ, ਇਨੀਸ਼ੀਏਟਿਵ ਐਂਡ ਸਟੈਪ ਉਹਨਾਂ ਨੇ ਲੈ ਲਿਆ। ਮੀਨਸ ਇਹ ਬੜੀ ਡੈਡੀਕੇਟਿਡ ਤਰੀਕੇ ਨਾਲ ਲੱਗੇ ਰਹਿੰਦੇ ਹਰ ਚੀਜ਼ ਵਾਸਤੇ, ਚਾਹੇ ਉਹ ਵਰਕ ਹੋਵੇ ਚਾਹੇ ਉਹ ਪਿਆਰ ਹੋਵੇ, ਉਹਦੇ ਵਿੱਚ ਬੜੇ ਅੱਛੇ ਹਨ। ਵਾਓ। ਸੋ ਵੀਰੇ ਤੁਸੀਂ ਕੀ ਕਹੋਗੇ ਭਾਬੀ ਵਾਸਤੇ? ਸਾਰਾ ਕੁਝ ਤਾਂ ਇਹਨੇ ਕਹਿਤਾ, ਹੁਣ ਮੈਂ ਕੋਈ ਕਹਿਣ ਜੋਗਾ ਰਿਹਾ ਹੀ ਨਹੀਂ। ਬਟ ਐਨੀਵੇ ਜੋਕਸ ਅਪਾਰਟ, ਯੈਸ, ਦੇਖੋ ਹਰ ਬੰਦੇ ਦੀ ਡੈਡੀਕੇਸ਼ਨ ਡਿਫਰੈਂਟ ਹੁੰਦੀ ਹੈ ਨਾ, ਤੇ ਆਈ ਨੋ ਮਾਈ ਡੈਡੀਕੇਸ਼ਨ ਲੈਵਲ, ਬਿਕੋਜ਼ ਜੇ ਮੈਨੂੰ ਕੋਈ ਚੀਜ਼ ਚਾਹੀਦੀ ਹੈ ਤੇ ਉਹ ਚਾਹੀਦੀ ਹੈ, ਉਹ ਆਈ ਨੋ ਕਿ ਉਹਦਾ ਕੀ ਪ੍ਰੋਸੈਸ ਹੈਗਾ, ਹੈ ਨਾ। ਤੇ ਬਟ ਕੁਝ ਚੀਜ਼ਾਂ ਤੁਹਾਡੇ ਹੱਥ 'ਚ ਹੁੰਦੀਆਂ, ਕੁਝ ਚੀਜ਼ਾਂ ਯੂਨੀਵਰਸਲ ਹੋ ਜਾਂਦੀਆਂ। ਤੁਸੀਂ ਕੁਝ ਕਿਸੇ ਬੜੀ ਸ਼ਿੱਦਤ ਦੇ ਨਾਲ ਕਿਸੇ ਚੀਜ਼ ਨੂੰ ਚਾਹੁੰਦੇ ਹੋ ਤੇ ਉਹ ਪੂਰਾ ਯੂਨੀਵਰਸ ਇਟ ਗੈਦਰਸ ਟੂ ਗੈਟ ਅਕ੍ਰੋਸ ਐਂਡ ਗੈਟ ਯੂ ਦੈਟ ਥਿੰਗ। ਤੇ ਉਹ ਕਨੈਕਟਡ ਹੈ ਚੀਜ਼ਾਂ, ਹੈ ਨਾ, ਤੁਹਾਡੀ એનર્ਜੀ, ਤੁਹਾਡੀ ਪਾਵਰ, ਤੁਹਾਡੀ ਪੋਜ਼ਿਟਿਵਿਟੀ, ਤੁਹਾਡਾ ਐਕਸਪ੍ਰੈਸ ਕਰਨ ਦਾ ਤਰੀਕਾ, ਤੇ ਉਹ ਆਈ ਫੀਲ ਇਟ ਇਜ਼ ਕਨੈਕਟਡ ਵਿਦ ਦ ਯੂਨੀਵਰਸ। ਤੁਸੀਂ ਜੇ ਕੁਝ ਚਾਹ ਲਿਆ ਵੀ ਮੈਂ ਕਰਨਾ ਹੈ ਤੇ ਉਹ ਤੁਸੀਂ ਕਰਕੇ ਹੀ ਠਾਣਦੇ ਹੈਗੇ ਹੋ। ਸੋ ਇਜ਼ ਦ ਕੇਸ ਵਿਦ ਮੀ। ਅੱਛਾ ਭਾਬੀ, ਮੋਸਟਲੀ ਕੀ ਹੁੰਦਾ ਆ, ਤੁਹਾਡੀ ਫੈਮਿਲੀ ਦਾ ਮਾਹੌਲ ਅਲੱਗ ਹੋਏਗਾ, ਹੈ ਨਾ, ਭਾਜੀ ਦੀ ਫੈਮਿਲੀ ਦਾ ਮਾਹੌਲ ਅਲੱਗ ਹੋਏਗਾ। ਸੋ ਫੈਮਿਲੀਜ਼ ਈਜ਼ੀਲੀ ਮੰਨ ਗਈਆਂ ਸੀ, ਜਾਂ ਤੁਹਾਡੀ ਫੈਮਿਲੀ ਨੂੰ ਮਨਾਉਣਾ ਔਖਾ ਰਿਹਾ ਸੀ, ਜਾਂ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਸੀ ਉਸ ਤੋਂ ਬਾਅਦ ਜਦੋਂ ਘਰੇ ਗੱਲ ਕੀਤੀ ਸੀ? ਐਕਚੁਅਲੀ ਜਦੋਂ ਘਰੇ ਗੱਲ ਕਰਨੀ ਸੀ ਉਦੋਂ ਕਵਲ ਨੇ ਕੀਤੀ ਸੀ ਗੱਲ, ਤੇ ਮੈਂ ਮੰਨਦੀ ਹੁੰਦੀ ਸੀ ਮੈਰਿਜ ਵਾਸਤੇ, ਇਹ ਵੀ ਨਹੀਂ ਮੰਨਦੇ ਹੁੰਦੇ ਸੀ ਵੈਸੇ। ਬਟ ਇੱਕ ਟਾਈਮ ਆਉਂਦਾ ਹੈ ਜਦੋਂ ਤੁਸੀਂ ਫੀਲ ਕਰਦੇ ਹੋ ਕਿ ਮੈਂ ਇਸ ਇਨਸਾਨ ਦੇ ਨਾਲ ਸਾਰੀ ਜ਼ਿੰਦਗੀ ਚੱਲ ਸਕਦਾ, ਉਸ ਟਾਈਮ ਦੇ ਉੱਪਰ ਤੁਸੀਂ ਯੈਸ ਕਰ ਦਿੰਦੇ ਹੋ। ਔਰ ਪੇਰੈਂਟਸ ਦੀ ਗੱਲ ਇਹ ਹੈ ਕਿ ਪੇਰੈਂਟਸ ਨੂੰ ਪਤਾ ਹੈ ਕਿ ਇਹ ਬੜੇ ਰਿਸਪੌਂਸਿਬਲ ਹੈ, ਬੜੀ ਮੀਨਸ ਕਿ ਮੈਚਿਓਰ ਹੋ ਚੁੱਕੇ ਔਰ ਆਪਣੇ ਫੈਸਲੇ ਅੱਛੇ ਤਰੀਕੇ ਨਾਲ ਲੈ ਸਕਦੇ ਨੇ। ਔਰ ਦੋਨੋਂ ਪੇਰੈਂਟਸ ਬੜੇ ਅੱਛੇ ਰਹੇ, ਉਹਨਾਂ ਨੇ ਇਹ ਗੱਲ ਕੁਝ ਨਹੀਂ ਕੀਤਾ ਕਿ ਨਹੀਂ 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 ਅੱਛਾ ਨਹੀਂ ਹੈ, ਇਹ ਨਹੀਂ ਹੈ, ਤੁਮਨੇ ਬਤਾਇਆ ਨਹੀਂ, ਇਸ ਤਰ੍ਹਾਂ ਕੁਝ ਨਹੀਂ ਕੀਤਾ। ਉਹਨਾਂ ਨੇ ਬਸ ਜਸਟ ਦੇਖਿਆ ਔਰ ਯੈਸ ਕਰ ਦਿੱਤੀ। ਅੱਛਾ, ਜਿਵੇਂ ਕਮਲ ਜੀ ਦਾ ਤਾਂ ਪਤਾ ਹੈ ਸਾਨੂੰ ਕਿ ਪਿੱਛੋਂ ਸ਼ਾਇਦ ਜਲੰਧਰੋਂ ਨੇ, ਚੰਡੀਗੜ੍ਹ ਤੋਂ ਨੇ, ਠੀਕ ਹੈ। ਤੇ ਭਾਬੀ ਤੁਸੀਂ ਕਿੱਥੋਂ ਪਿੱਛੋਂ? ਮੈਂ ਅੰਮ੍ਰਿਤਸਰ ਤੋਂ ਵੀ ਹਾਂ, ਪਟਿਆਲਾ ਤੋਂ ਵੀ ਹਾਂ। ਤੇ ਇਹ ਜਿਹੜਾ ਲੌਂਗ ਡਿਸਟੈਂਸ ਕਹਿ ਸਕਦੇ ਹਾਂ ਇੱਕ ਤਰੀਕੇ ਨਾਲ ਹੁਣ ਪੇਕਿਆਂ ਨਾਲ ਹੋ ਗਿਆ, ਕਿਉਂਕਿ ਪਹਿਲਾਂ ਵੀ ਚਲੋ ਪੀਜੀ 'ਚ ਹੀ ਰਹਿੰਦੇ ਸੀਗੇ, ਜ਼ਿਆਦਾ ਫਰਕ ਨਹੀਂ ਪੈਂਦਾ, ਲੇਕਿਨ ਫਿਰ ਵੀ ਪੇਕੇ ਕਿੰਨੇ ਦਿਨਾਂ ਬਾਅਦ ਲੈ ਜਾਂਦੇ ਨੇ ਭਾਜੀ ਤੁਹਾਨੂੰ, ਜਾਂ ਖੁਦ ਹੀ ਚੱਲ ਜਾਂਦੇ ਹੋ ਬੱਸੇ ਬਹਿ ਕੇ, ਜਾਂ ਜਿਵੇਂ ਮਰਜ਼ੀ? ਇਹ ਐਕਚੁਅਲੀ ਇਸ ਤਰ੍ਹਾਂ ਹੈ ਕਿ ਮੇਰੀ ਜਿਹੜੀ ਸਾਂਝ ਹੈ ਹਮੇਸ਼ਾ ਹੀ ਆਪਣੇ ਪੇਰੈਂਟਸ ਨਾਲ ਰਹੇਗੀ, ਲੇਕਿਨ ਜਿਹੜਾ ਲੈ ਕੇ ਜਾਂਦੇ ਨੇ ਉਹ ਇਸ ਤਰ੍ਹਾਂ ਹੈ ਕਿ ਮੁੰਬਈ ਰਹੇ ਕਾਫੀ 20-25 ਡੇਜ਼ ਲਾਸਟ ਰਹੇ ਨੇ,
ਤੇ ਮੈਂ ਆਪਣੇ ਆਪ ਪਹੁੰਚ ਜਾਂਦੀ ਹੁੰਦੀ ਹਾਂ ਜਦੋਂ ਮੈਨੂੰ ਲੱਗਦਾ ਨਾ ਕਿ ਮੈਂ ਹੁਣ ਮੈਨੂੰ ਜਾਣਾ ਚਾਹੀਦਾ ਹੈ ਮੈਂ ਆਪਣੀ ਗੱਡੀ ਫੜਦੀ ਹਾਂ ਔਰ ਚਲੇ ਜਾਂਦੀ ਹਾਂ ਬਸ ਵਾਓ ਵੈਰੀ ਨਾਈਸ ਸੋ ਬੈਕ ਟੂ ਆ ਜਾਂਦੇ ਆ ਹੁਣ ਵੈਲੈਂਟਾਈਨਸ ਵੀਕ ਪਿਆਰ ਦੇ ਦਿਨ ਹੈ ਸੋ ਹੁਣ 14 ਫਰਵਰੀ ਵਾਸਤੇ ਕੋਈ ਪਲਾਨ ਹੈਗਾ ਕਿ ਉਸ ਦਿਨ ਵੀ ਬਸ ਬਿਜ਼ੀ ਹੋ ਤੁਸੀਂ ਦੋਨੋਂ ਮੈਨੂੰ ਤਾਂ ਪਲਾਨ ਬਣ ਰਿਹਾ ਹਜੇ ਮਤਲਬ ਪਲਾਨ ਦਾ ਜਿਹੜਾ ਪ੍ਰੋਸੈਸ ਹੈ ਉਹ ਲੱਗਿਆ ਹੋਇਆ ਪ੍ਰੋਸੈਸ ਚੱਲ ਰਿਹਾ ਉਹਦੇ ਵਾਸਤੇ ਮੈਨੂੰ ਲੱਗਦਾ ਤੁਹਾਡਾ ਉਹੀ ਡਾਇਲੌਗ ਮੈਨੂੰ ਲੱਗਦਾ ਸ਼ਿੱਦਤ ਹੀ ਤੁਹਾਡੀ ਕੰਮ ਆਉਗੀ ਬਟ ਉਹ ਪਲਾਨ ਹੈ ਹਜੇ ਐਗਜ਼ੀਕਿਊਟ ਨਹੀਂ ਹੋਇਆ ਹੈ ਬਟ ਪਲੈਨਿੰਗ ਇਜ਼ ਔਨ ਦ ਪ੍ਰੋਸੈਸ ਅੱਛਾ ਭਾਬੀ ਜੀ ਮੰਨ ਲਓ 14 ਫਰਵਰੀ ਨੂੰ ਵੀ ਪੂਰਾ ਦਿਨ ਤੁਸੀਂ ਸੱਜ ਕੇ ਬਹਿ ਗਏ ਮੈਂ ਕਹਿੰਦੀ ਹਾਂ ਮੈਨੀਕਿਉਰ ਸ਼ੈਨੀਕਿਉਰ ਪੈਡੀਕਿਉਰ ਪਿਊਡੀਕਿਉਰ ਹੋ ਗਏ ਬਾਲ ਵੀ ਸਪਾ ਹੋ ਗਏ ਐਵਰੀਥਿੰਗ ਹੈ ਐਂਡ ਮੌਕੇ ਤੇ ਡਿਨਰ ਡੇਟ ਤੇ ਭਾਜੀ ਕਹਿ ਦੇਣ ਕਿ ਯਾਰ ਮੈਂ ਤਾਂ ਥੱਕਿਆ ਵਾਲਾ ਰਹਿਣ ਦੇ ਅੱਜ ਨਹੀਂ ਫੇਰ ਕਦੇ ਚੱਲਦੇ ਇਹੋ ਜਿਹਾ ਕੁਝ ਮੰਨ ਲਓ ਕੁਝ ਵੀ ਬਹਾਨਾ ਲਾਤਾ ਫੇਰ ਕੀ ਹੋਊਗਾ ਇਹ ਗੱਲ ਕਦੀ ਭੁੱਲੀ ਨਹੀਂ ਜਾਏਗੀ ਠੀਕ ਹੈ ਯਾਦ ਰੱਖਾਂਗੀ ਮੈਂ ਹਮੇਸ਼ਾ ਮੀਨਸ ਕਿ ਜੇ ਫਰਸਟ ਵੈਲੈਂਟਾਈਨ ਹੈ ਕੁਛ ਨਾ ਕੁਛ ਤੁਹਾਨੂੰ ਸਪੈਸ਼ਲ ਕਰਨਾ ਚਾਹੀਦਾ ਵੈਸੇ ਮੇਰੇ ਵਾਸਤੇ ਹੈ ਨਾ ਆਈ ਰੈਸਿਪਰੋਕੇਟ ਦ ਸੇਮ ਓਕੇ ਓਕੇ ਸੋ ਆ ਜਾਂਦੇ ਆ ਹੁਣ 5 ਚੀਜ਼ਾਂ ਮੈਂ ਪੁੱਛੂੰਗੀ ਠੀਕ ਹੈ ਪਹਿਲੇ ਚੰਗੀਆਂ ਪੁੱਛਾਂਗੇ ਜਾਂ ਕੁਝ ਐਸੀਆਂ ਆਦਤਾਂ ਜਾਂ ਕੋਈ ਵੀ ਐਸੀ ਚੀਜ਼ਾਂ ਦੇਖਣਾ ਕਿ ਤੁਹਾਨੂੰ ਇੱਕ ਦੂਜੇ ਨੂੰ ਤੁਸੀਂ ਕਿੰਨਾ ਬੈਟਰ ਜਾਣਦੇ ਹੋ ਠੀਕ ਹੈ ਤੁਸੀਂ ਓਨੈਸਟ ਆਨਸਰਸ ਦੇਣੇ ਆ ਕਮਲ ਇਹ ਨਹੀਂ ਕਿ ਹਾਂ ਭਾਬੀ ਨੇ ਇਦਾਂ ਬੋਲਤਾ ਤਾਂ ਮੈਂ ਆਨਸਰ ਬਦਲ ਲੂੰਗਾ ਕਮਲ ਜੀ ਦੀ ਫੇਵਰੇਟ ਸਬਜ਼ੀ ਕਿਹੜੀ ਹੈ ਜਿਹੜੀ ਉਹ ਮਤਲਬ ਹਮੇਸ਼ਾ ਜਾਂ ਕਿਤੇ ਬਾਹਰ ਵੀ ਜਾਂਦੇ ਹੋ ਜਾਂ ਕਿਤੇ ਵੀ ਹਮੇਸ਼ਾ ਸਬਜ਼ੀ ਵੀ ਛੱਡੋ ਕੋਈ ਇਹੋ ਜਿਹਾ ਫੂਡ ਜਿਹੜਾ ਉਹ ਹਮੇਸ਼ਾ ਲਾਈਕ ਕਰਦੇ ਨੇ ਚਾਈਨੀਜ਼ ਇਟਾਲੀਅਨ ਇੰਡੀਅਨ ਐਵਰੀਥਿੰਗ ਤੁਸੀਂ ਜਦੋਂ ਕਿਤੇ ਬਾਹਰ ਜਾਂਦੇ ਹੋ ਪਹਿਲੇ ਭਾਬੀ ਦੱਸੋਗੇ ਫਿਰ ਭਾਜੀ ਤੁਸੀਂ ਦੱਸਣਾ ਠੀਕ ਹੈ ਕਿ ਨਹੀਂ ਕੀ ਆਰਡਰ ਕਰਦੇ ਨੇ ਸਭ ਤੋਂ ਪਹਿਲਾਂ ਤਾਂ ਇਹ ਕਹਿਣਗੇ ਕਿ ਮਮਾ ਮੈਂ ਅੱਜ ਕੁਝ ਨਹੀਂ ਖਾਣਾ ਮੇਰਾ ਡਿਨਰ ਸਕਿਪ ਹੈਗਾ ਅੱਛਾ ਠੀਕ ਹੈ ਅਗਰ ਫੇਵਰੇਟ ਦੀ ਗੱਲ ਕੀਤੀ ਜਾਵੇ ਫਿਰ ਪਨੀਰ ਔਰ ਫਿਸ਼ ਫੇਵਰੇਟ ਹੈ ਰਾਈਟ ਰਾਈਟ ਨਾਈਸ ਚਲੋ ਹੁਣ ਸੇਮ ਸਵਾਲ ਭਾਜੀ ਤੁਹਾਡੇ ਵਾਸਤੇ ਭਾਬੀ ਦਾ ਦੱਸਣਾ ਤੁਸੀਂ ਖਾਣ ਦਾ ਮਾਮਲਾ ਇਹਦਾ ਵੀ ਇਦਾਂ ਹੀ ਹੈ ਚਿੜੀ ਜਿੰਨਾ ਖਾਂਦੀ ਹੈ ਜਿਆਦਾ ਡਾਈਟ ਡਿਊਟ ਦੀ ਹੈ ਨਹੀਂ ਬਟ ਫੇਵਰੇਟ ਡਿਸ਼ ਜੋ ਇਹਦੀ ਹੈਗੀ ਹੈ ਦੈਟ ਇਜ਼ ਸੂਪੀ ਆਲੂ ਉਹ ਭਾਵੇਂ ਇਹਨੂੰ 2 ਕਿਲੋ ਖਵਾ ਦਿਓ she'll drink that she'll not eat that she'll drink that ਟੋਮੈਟੋ ਵਾਲੀ ਸੂਪੀ ਆਲੂ ਵੈਰੀ ਰਾਈਟ ਓਕੇ ਨਾਈਸ ਪਹਿਲਾ ਆਨਸਰ ਟਿਕ 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 ਦੋਨਾਂ ਦੇ ਜ਼ਿਆਦਾ ਤੁਹਾਡੇ ਦੋਨਾਂ ਚੋਂ ਗੁੱਸਾ ਕੌਣ ਕਰਦਾ ਹੈ ਆਈ ਥਿੰਕ ਇਟਸ ਮੀ I think we both are neutral in that ਮਤਲਬ ਮੈਂ ਉਹਦਾ ਉਹ ਫੇਜ਼ ਨਹੀਂ ਦੇਖਿਆ ਹੈਗਾ ਤੇ ਸੋ ਚਲੋ ਇਹਦੇ ਮਾਮਲੇ 'ਚ ਕੁਛ ਵੀ ਨਹੀਂ ਹੈ ਇਹ ਖਾਰਿਜ ਹੋ ਗਿਆ ਇਹ ਕੁਐਸਚਨ ਹੀ ਖਾਰਿਜ ਹੋ ਗਿਆ ਓਕੇ ਸੋ ਅਗਰ ਤਾਂ ਤੁਸੀਂ ਬ੍ਰਾਂਡ ਕੌਨਸ਼ੀਅਸ ਹੈਗੇ ਹੋ ਠੀਕ ਹੈ ਪਹਿਲਾਂ ਤਾਂ ਦੱਸਣਾ ਬ੍ਰਾਂਡ ਕੌਨਸ਼ੀਅਸ ਹੈ ਕਿ ਨਹੀਂ ਹੈ ਜੇ ਬ੍ਰਾਂਡ ਕੌਨਸ਼ੀਅਸ ਹੈਗੇ ਹੋ ਤੇ ਫਿਰ ਕਿਹੜਾ ਬ੍ਰਾਂਡ ਭਾਜੀ ਨੂੰ ਜ਼ਿਆਦਾ ਪਸੰਦ ਹੈ ਇੱਕ ਬੈਲੈਂਸੀਆਗਾ ਬਹੁਤ ਪਾਉਂਦੇ ਨੇ ਦੂਸਰਾ ਸ਼ੂਜ਼ ਬਹੁਤ ਪਸੰਦ ਨੇ ਮੀਨਸ ਕਿ ਅਗਰ 7 ਕਲਰ ਦੇ ਸ਼ੂਜ਼ ਮਿਲ ਗਏ ਨਾ ਕਿਤੇ ਉਦੋਂ ਫਿਰ ਬ੍ਰਾਂਡ ਮੈਟਰ ਨਹੀਂ ਕਰਦਾ ਉਦੋਂ ਫਿਰ ਸ਼ੂਜ਼ ਮੈਟਰ ਕਰਦੇ ਨੇ ਕਿ ਬ੍ਰਾਂਡ ਬਰੂੰਡ ਕੋਈ ਚੱਕਰ ਨਹੀਂ ਹੈ ਲੇਕਿਨ ਸ਼ੂਜ਼ ਸੋਹਣੇ ਹੋਣੇ ਚਾਹੀਦੇ ਨੇ ਹਫਤੇ ਦੇ ਵਿੱਚ ਆਈ ਥਿੰਕ 2 ਵਾਰੀ ਲੈ ਲੈਂਦੇ ਸ਼ੂਜ਼ ਯੈਸ ਟਿਕ ਮਾਰਕ ਲੱਗ ਗਿਆ ਚਲੋ ਹੁਣ ਸੇਮ ਕੁਐਸਚਨ ਭਾਜੀ ਤੁਹਾਡੇ ਵਾਸਤੇ ਆਈ ਥਿੰਕ ਜੇ ਆਪਾਂ ਕਾਸਟਿਊਮਸ ਦੀ ਗੱਲ ਕਰੀਏ ਜਾਂ ਕਲੋਥਿੰਗ ਐਕਸੈਸਰੀਜ਼ ਦੀ ਗੱਲ ਕਰੀਏ ਸੇਮ ਅਪਲਾਈਜ਼ ਵਿਦ ਹਰ ਆਲਸੋ ਬਿਕੋਜ਼ ਕਿਉਂਕਿ ਦੇਖੋ ਬ੍ਰਾਂਡਸ ਦੇ ਵਿੱਚ ਕੀ ਹੁੰਦਾ ਹੈ ਯੂ ਗੈਟ ਬਾਉਂਡ ਯੂ ਗੈਟ ਲਿਮਿਟਿਡ ਕਿ ਯਾਰ ਸਪੋਜ਼ ਮੈਂ ਫਿਲਾ ਦੇ ਵਿੱਚ ਜਾ ਰਹੇ ਹਾਂ ਸਪੋਜ਼ ਮੈਂ ਪਿਊਮਾ ਦੇ ਵਿੱਚ ਜਾ ਰਿਹਾ ਅਤੇ ਮੈਨੂੰ ਹਰ ਚੀਜ਼ ਦਾ ਐਕਸੈਸ ਨਹੀਂ ਹੈਗਾ ਬਟ ਜੇ ਤੁਸੀਂ ਓਪਨ ਹੋ ਜਾਂਦੇ ਹੋ ਇਫ ਯੂ ਲੀਵ ਦ ਬ੍ਰਾਂਡ ਫॉर ਅ ਸਾਈਡ ਐਂਡ ਯੂ ਵਾਂਟ ਕਿ ਮੈਨੂੰ ਇਹ ਚੀਜ਼ ਪਸੰਦ ਹੈ ਅਤੇ ਉਹ ਕਈ ਵਾਰ ਤੁਹਾਨੂੰ ਨਾਨ ਬ੍ਰਾਂਡਡ ਵੀ ਮਿਲ ਜਾਂਦੀ ਹੈ ਤੁਹਾਨੂੰ ਯੂ ਨੋ ਯੂ ਕੈਨ ਕਸਟਮਾਈਜ਼ ਇਟ ਆਲਸੋ ਅਤੇ ਇਹਦਾ ਵੀ ਕੁਛ ਉੱਦਾਂ ਦਾ ਹੀ ਸਿਸਟਮ ਹੈਗਾ ਚੀਜ਼ ਪਸੰਦ ਆਉਂਦੀ ਹੈ ਉਹ ਪਹਿਲੀ ਗੱਲ ਇਜ਼ ਇਟ ਅ ਬ੍ਰਾਂਡਡ ਔਰ ਇਟ ਇਜ਼ ਨਾਟ ਅ ਬ੍ਰਾਂਡਡ ਉਹ ਦੂਜੀ ਗੱਲ ਤੇ ਜੇ ਨਹੀਂ ਪਸੰਦ ਆਉਂਦੀ ਤਾਂ ਵੀ ਗੈਟ ਇਟ ਕਸਟਮਾਈਜ਼ਡ ਹਾਂ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਤੁਸੀਂ ਕੋਈ ਚੀਜ਼ ਕੈਰੀ ਕਰਦੇ ਹੋ ਨਾ ਤੁਸੀਂ ਆਪਣਾ ਬ੍ਰਾਂਡ ਬਣਾ ਲਓ ਉਹਨੂੰ ਕਿ ਹਾਂ ਮੈਂ ਇਸ ਤਰ੍ਹਾਂ ਦੀ ਹਾਂ ਜਾਂ ਮੈਂ ਇਸ ਤਰ੍ਹਾਂ ਦਾ ਇਹ ਚੀਜ਼ ਹੈ ਅਸੀਂ ਕਈ ਵਾਰੀ ਅਸੀਂ 10 ਰੁਪਏ ਦੀ ਚੀਜ਼ ਵੀ ਲੈਂਦੇ ਹਾਂ ਤੇ ਕਈ ਵਾਰੀ ਅਸੀਂ 1 ਲੱਖ ਦੀ ਚੀਜ਼ ਵੀ ਲੈਂਦੇ ਹਾਂ ਇਹ ਚੀਜ਼ ਹੈ ਨਾ ਵਾਓ ਇਹਦੇ ਵਿੱਚ ਵੀ ਦੋਨਾਂ ਤੇ ਟਿਕ ਟਿਕ ਲੱਗ ਗਏ ਕਿ ਦੋਨੋਂ ਬ੍ਰਾਂਡ ਕੌਨਸ਼ੀਅਸ ਨਹੀਂ ਹੈਗੇ ਦੋਨੋਂ ਆਪਣੀ ਲੁੱਕਸ ਨੂੰ ਲੈ ਕੇ ਕੌਨਸ਼ੀਅਸ ਹੈ ਕਿ ਸਾਡੇ ਤੇ ਕੀ ਜੱਚ ਰਿਹਾ ਰਾਈਟ ਯੈਸ ਚਲੋ ਹੁਣ ਮੇਰਾ ਤੀਜਾ ਸਵਾਲ ਕਿਉਂਕਿ ਦੂਜਾ ਤਾਂ ਖਾਰਿਜ ਹੋ ਗਿਆ ਸੀ ਤੀਜਾ ਸਵਾਲ ਕਿ ਤੁਸੀਂ ਆਪਣੇ ਫਾਦਰ ਦੇ ਜ਼ਿਆਦਾ ਨੇੜੇ ਹੋ ਮਦਰ ਦੇ ਨੇੜੇ ਹੋ ਇਹ ਸੌਰੀ ਭਾਜੀ ਬਾਰੇ ਦੱਸਣਾ ਤੁਸੀਂ ਕਿ ਤੁਸੀਂ ਆਪਣੇ ਭਾਜੀ ਆਪਣੇ ਪਾਪਾ ਦੇ ਜ਼ਿਆਦਾ ਨੇੜੇ ਨੇ ਕਿ ਮਦਰ ਦੇ ਮਤਲਬ ਜਦੋਂ ਲਾਈਕ ਇੱਕ ਕਰਾਏ ਬੇਬੀ ਹੁੰਦਾ ਤਾਂ ਕਰਾਏ ਬੇਬੀ ਪਹਿਲਾਂ ਆਪਣੇ ਪਾਪਾ ਬਾਰੇ ਸੋਚਦਾ ਹੈ ਕਿ ਮਦਰ ਬਾਰੇ ਅੱਜ ਤੱਕ ਮੈਂ ਦੇਖਿਆ ਹੈ ਅਗਰ ਲਾਸਟ 5 ਇਅਰਸ ਦੇਖਾਂ ਇਹ ਸਵਾਲ ਨਾ ਪਿੱਛੇ ਕਮਲ ਜੀ ਦੇ ਪੇਰੈਂਟਸ ਵੀ ਬੈਠੇ ਨੇ ਉਹਨਾਂ ਦੀ ਵੀ ਧੜਕਣਾ ਵਧਾ ਰਹੇ ਹੋਣਾ ਕਿ ਹੁਣ ਕੀ ਬੋਲੇਗੀ ਮੰਮੀ ਦੇ ਨੇੜੇ ਹੈ ਮੇਰਾ ਮੁੰਡਾ ਕਿ ਪਾਪਾ ਦੇ ਨੇੜੇ ਹੈ ਨਾ ਹੁਣ ਨਹੀਂ ਇਹ ਐਕਚੁਅਲੀ ਟਫ ਕੁਐਸਚਨ ਨਹੀਂ ਹੈ ਕਿਉਂਕਿ ਲਾਸਟ 5 ਇਅਰਸ ਤੋਂ ਅਗਰ ਮੈਂ ਦੇਖਾਂ ਕਵਲ ਨੂੰ
ਕਵਲ ਆਪਣੇ ਨਾਨੀ ਜੀ ਨਾਲ ਬਹੁਤ ਅਟੈਚ ਰਿਹਾ ਹੈ, ਠੀਕ ਹੈ। ਤੇ ਮਮ ਡੈਡ ਦੋਨਾਂ ਨਾਲ ਬਹੁਤ ਪਿਆਰ ਹੈ, ਲੇਕਿਨ ਪਾਪਾ ਨਾਲ ਜ਼ਿਆਦਾ ਕੰਸਰਨ ਦਿਖਾਉਂਦੇ ਨੇ। ਜਦੋਂ ਵੀ ਕੋਈ ਗੱਲ ਸ਼ੇਅਰ ਕਰਨੀ ਹੁੰਦੀ ਹੈ, ਸਭ ਤੋਂ ਪਹਿਲਾਂ ਪਾਪਾ ਨਾਲ ਸ਼ੇਅਰ ਕਰਦੇ ਨੇ। अब देखो मैं ਇਹਨੂੰ ਰਾਈਟ ਰੋਂਗ ਨਹੀਂ ਕਵਾਂਗਾ, ਇਟ ਇਜ਼ ਲਾਈਕ ਟੂ ਆਈਜ਼ ਹੈ ਨਾ। ਤੁਸੀਂ ਯੂ ਕੈਨ ਨੈਵਰ ਚੂਜ਼ ਕਿ ਮਾਈ ਲੈਫਟ ਆਈ ਇਜ਼ ਬੈਟਰ ਔਰ ਮਾਈ ਰਾਈਟ ਆਈ ਇਜ਼ ਬੈਟਰ, ਬਿਕੋਜ਼ ਬੋਥ ਪਲੇ ਅ ਵੈਰੀ ਵਾਈਟਲ ਰੋਲ। ਇਹ ਡਿਪਲੋਮੈਟਿਕ ਆਨਸਰ ਨਹੀਂ ਦੇਣਾ, ਸਿੱਧਾ ਸਵਾਲ ਸੀ ਕਿ ਮੈਂ ਡਿਪਲੋਮੈਟਿਕ ਆਨਸਰ ਨਹੀਂ ਦੇ ਰਿਹਾ। ਦੇਖੋ ਕਈ ਵਾਰ ਜਦੋਂ ਤੁਹਾਨੂੰ ਕੋਈ ਚੀਜ਼ਾਂ ਚੂਜ਼ ਕਰਨੀਆਂ ਹੁੰਦੀਆਂ, that choice is not meant to be chosen, because when you know you have two eyes, ਤੁਸੀਂ ਕਹੋ ਜੀ ਮੈਨੂੰ ਖੱਬੀ ਪਸੰਦ ਹੈ, ਮੈਨੂੰ ਸੱਜਾ ਹੱਥ ਪਸੰਦ ਹੈ, ਖੱਬਾ ਪਸੰਦ ਹੈ, ਮੈਨੂੰ ਦੋਨੇ ਹੱਥ ਮੈਂ ਡਿਫਰੈਂਸ਼ੀਏਟ ਨਹੀਂ ਕਰ ਸਕਦਾ। ਬਟ ਨਹੀਂ, ਗੱਲ ਫਿਰ ਵੀ ਸਿਰਫ ਇੰਨੀ ਸੀ ਕਿ ਜਦੋਂ ਕਰਾਏ ਬੇਬੀ ਉਹ ਕਿਹਦੇ ਬਾਰੇ ਸੋਚਦਾ ਹੈ। ਦੇਖੋ ਬੰਦਾ, ਮਤਲਬ ਜੇ ਮੈਂ ਆਪਣੀ ਗੱਲ ਕਰਾਂ, ਮੈਂ ਮਮ ਨਾਲ ਡਿਫਰੈਂਟਲੀ ਅਟੈਚਡ ਹੈਗਾ, ਪਾਪਾ ਨਾਲ ਡਿਫਰੈਂਟਲੀ ਅਟੈਚਡ ਹਾਂ। ਤੇ ਕੁਝ ਚੀਜ਼ਾਂ ਮੈਂ ਪਾਪਾ ਨਾਲ ਜ਼ਿਆਦਾ ਸ਼ੇਅਰ ਕਰਦਾ, ਕੁਝ ਚੀਜ਼ਾਂ ਮੰਮਾ ਨਾਲ ਜ਼ਿਆਦਾ ਸ਼ੇਅਰ ਕਰਦਾ। ਮੇਰੇ ਲਈ ਡਿਫਰੈਂਸ਼ੀਏਟ ਕਰਨਾ ਇਜ਼ ਨਾਟ। ਤੇ ਨਾਨੀ ਵਾਲੀ ਗੱਲ, ਦੇਖੋ ਨਾਨੀ ਜੀ ਨੇ ਤਾਂ ਮੈਨੂੰ ਪਾਲਿਆ ਹੈਗਾ, ਮਤਲਬ ਮੈਂ ਬਚਪਨ ਤੋਂ ਉਹਨਾਂ ਦੇ ਨਾਲ ਰਿਹਾ ਹੈਗਾ, ਤੇ ਉਹ ਤਾਂ ਇੱਕ ਦੈਟ ਇਜ਼ ਲਾਈਕ ਐਨ ਅਨਐਕਸਪ੍ਰੈਸਡ ਲਵ। ਚਲੋ ਇੱਥੇ ਮੈਂ ਭਾਬੀ ਨੂੰ ਪੂਰੇ 100 ਚੋਂ 200 ਨੰਬਰ ਦਿੱਤੇ, ਕਿਉਂਕਿ ਭਾਬੀ ਨੇ ਬਿਲਕੁਲ ਸਹੀ ਗੱਲ ਕੀਤੀ ਤੇ ਭਾਈ ਡਿਪਲੋਮੈਟਿਕ ਆਨਸਰ ਕਰ ਗਿਆ। ਸੱਚ ਆਨਸਰ। ਚਲੋ ਹੁਣ ਬਾਰੀ ਹੈ ਭਾਜੀ ਦੀ। ਸੇਮ ਤੁਸੀਂ ਦੱਸਣਾ ਹੈ ਭਾਬੀ ਬਾਰੇ। ਜੇ ਤੁਸੀਂ ਓਬਵੀਅਸਲੀ ਦੇਖੋ, ਕੁੜੀਆਂ ਜਿਹੜੀਆਂ ਹੁੰਦੀਆਂ ਉਹ ਫਾਦਰਸ ਨਾਲ ਥੋੜ੍ਹੀ ਜਿਹੀ ਜ਼ਿਆਦਾ ਅਟੈਚਡ ਹੁੰਦੀਆਂ, ਮੁੰਡੇ ਮਦਰਸ ਨਾਲ ਜ਼ਿਆਦਾ ਅਟੈਚਡ ਹੁੰਦੇ ਆ। ਬਟ ਇਹਦਾ ਵੀ ਜਿਹੜਾ ਸਿਸਟਮ ਹੈਗਾ ਉਹ ਥੋੜ੍ਹਾ ਜਿਹਾ ਮੰਮੀ ਦੇ ਨਾਲ ਕੁਛ ਡਿਫਰੈਂਟ ਤਰੀਕੇ ਦੀ ਅਟੈਚਮੈਂਟ ਹੈਗੀ ਹੈ। ਬਟ ਜੇ ਤੁਸੀਂ ਜ਼ਿਆਦਾ ਉਹਦੀ ਗੱਲ ਕਰਦੇ ਹੋ ਲਾਈਕ ਮਾਈਂਡਡ ਬੇਬੀ ਦੀ, ਆ ਜਿਵੇਂ ਕੋਈ ਚੀਜ਼ ਚਾਹੀਦੀ ਹੈ ਤਾਂ ਪਾਪਾ ਤੋਂ, ਡਾਂਟ ਖਾਣੀ ਹੈ ਤਾਂ ਮੰਮਾ ਤੋਂ, ਤੇ ਉਹ ਵਾਲਾ ਸਿਸਟਮ ਹੈ। ਬਟ ਓਬਵੀਅਸਲੀ ਪਾਪਾ ਨਾਲ ਥੋੜ੍ਹੀ ਜ਼ਿਆਦਾ ਅਟੈਚਮੈਂਟ ਹੈਗੀ ਹੈ ਇਫ ਵੀ ਕੰਪੇਅਰ ਵਿਦ ਮਮ। ਤੇ ਸੇਮ ਭਾਬੀ ਸਹੀ ਹੈ। ਸੇਮ ਨਹੀਂ ਹੈ, ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਮੈਂ ਮਦਰ ਔਰ ਫਾਦਰ ਨੂੰ ਦੋਨਾਂ ਨੂੰ ਬਰਾਬਰ ਸਮਝਦੀ ਹਾਂ। ਇਹ ਫਿਰ ਡਿਪਲੋਮੈਟਿਕ ਆਨਸਰ ਤੁਸੀਂ ਵੀ ਦੇਤਾ। ਕਿਉਂਕਿ ਇਹ ਦੇਖੋ, ਜਿਹੜੀ ਗੱਲ ਸ਼ੇਅਰ ਅਸੀਂ ਪਾਪਾ ਨਾਲ ਕਰਨੀ ਹੈ ਉਹ ਅਸੀਂ ਮੰਮਾ ਨਾਲ ਨਹੀਂ ਕਰ ਸਕਦੇ, ਲੇਕਿਨ ਜਿਹੜੀ ਗੱਲ ਅਸੀਂ ਮੰਮਾ ਨਾਲ ਸ਼ੇਅਰ ਕਰ ਸਕਦੇ ਹਾਂ ਨਾ, ਉਹ ਕਿਸੇ ਨਾਲ ਵੀ ਨਹੀਂ ਕਰ ਸਕਦੇ। ਇਹ ਚੀਜ਼ ਹੁੰਦੀ ਹੈ ਨਾ, ਇਸ ਲਈ ਤੁਸੀਂ ਉਹਨਾਂ ਨੂੰ ਤੁਸੀਂ ਅਲੱਗ-ਅਲੱਗ ਨਹੀਂ ਕਹਿ ਸਕਦੇ ਕਿ ਮੈਨੂੰ ਇਹਨਾਂ ਨਾਲ ਜ਼ਿਆਦਾ ਪਿਆਰ ਹੈ ਜਾਂ ਇਹਨਾਂ ਜ਼ਿਆਦਾ ਪਿਆਰ, ਮੈਨੂੰ ਬਰਾਬਰ ਮੈਂ ਜਦੋਂ ਕਿਹਾ ਸੀਗਾ, ਮੈਂ ਵੀ ਤੇ ਇਹੀ ਸਵਾਲ ਕਿਹਾ ਸੀਗਾ, ਮੇਰਾ ਵੀ ਤੇ ਇਹੀ ਜਵਾਬ ਸੀਗਾ। ਅੱਲਾ ਹੁਣ ਆਪਣੀ ਵਾਰੀ ਨਾ ਹੁਣ ਆਪਣੀ ਵਾਰੀ ਅਲੱਗ-ਅਲੱਗ ਨਹੀਂ ਕਰ ਸਕਦੇ, ਮੇਰੀ ਵਾਰੀ ਅਲੱਗ-ਅਲੱਗ ਹੋ ਸਕਦਾ ਹੈ। ਮੈਂ ਨਾਨੀ ਜੀ ਕਿਹਾ ਸੀ ਕਿ ਨਾਨੀ ਜੀ ਨਾਲ ਓ ਬਸ ਓ ਗॉड, ਮੈਂ ਮਤਲਬ ਸੱਚ ਕ੍ਰੇਜ਼ੀ ਕਪਲ ਤੁਸੀਂ। ਮੈਂ ਕਹਿੰਦੀ ਹਾਂ ਹਾਏ ਹਾਏ। ਚਲੋ 4 ਸਵਾਲ ਹੋ ਗਏ ਸ਼ਾਇਦ, ਹੈ ਨਾ ਆਪਣੇ? ਨਹੀਂ, ਹਾਂ 4 ਹੋ ਗਏ, 3 ਹੋਏ ਆ, 4 ਹੋ ਗਏ, 3 ਹੋਏ ਆ। ਇੱਕ ਤਾਂ ਜਵਾਬ ਇੱਧਰ ਠੀਕ ਹੈ। ਚਲੋ ਪੰਜਵੇਂ ਸਵਾਲ ਤੇ ਆਨੇ ਆ ਕਿ ਜਦੋਂ ਵੀ ਕਿਤੇ ਵੈਕੇਸ਼ਨ ਤੇ ਜਾਣਾ ਹੁੰਦਾ ਜਾਂ ਡਰਾਈਵ ਤੇ ਜਾਣਾ ਹੁੰਦਾ, ਗੱਡੀ 'ਚ ਗਾਣੇ ਕਿਹਦੀ ਪਸੰਦ ਦੇ ਲੱਗਦੇ ਆ? ਇਹਨਾਂ ਦੇ। ਔਰ ਇੱਕ ਹੋਰ ਵੀ ਗੱਲ ਹੈਗੀ ਹੈ ਕਿ ਜੇ ਕਿ ਨਾ ਵੋਲਿਊਮ ਘੱਟ ਕਰ ਦੋ ਤਾਂ ਵੋਲਿਊਮ ਅਪ ਕਰ ਦੋ ਸੁਣਦਾ ਇਹਨਾਂ ਨੂੰ। ਐਕਚੁਅਲੀ ਮੇਰੀ ਡਿਕਸ਼ਨਰੀ 'ਚ ਘੱਟ ਵਰਡ ਨਹੀਂ ਹੈਗਾ, ਮੈਨੂੰ ਇਦਾਂ ਲੱਗਦਾ ਉਹ ਬੋਲਦੀ ਹੈ ਵੋਲਿਊਮ ਘੱਟ ਤੇ ਆਟੋਮੈਟਿਕਲੀ ਅਪ ਪਤਾ ਨਹੀਂ ਕਿੱਥੋਂ ਹੋ ਜਾਂਦਾ। ਚਲੋ ਇਹ ਤਾਂ ਇੱਕ ਤਰੀਕੇ ਨਾਲ ਚੰਗੀਆਂ ਗੱਲਾਂ ਪੁੱਛ ਲਿਆ, ਹਨਾ। ਹੁਣ ਪੁੱਛਦੇ ਆ ਜੀ ਮਾੜੀਆਂ ਗੱਲਾਂ, ਕਿ ਜਦੋਂ ਭਾਜੀ ਗੁੱਸੇ 'ਚ ਹੁੰਦੇ ਆ ਜਾਂ ਫਿਰ ਕਦੀ ਕੋਈ ਵੀ, ਜਿਵੇਂ ਇੱਕ ਤਾਂ ਟਾਈਮ ਤੁਹਾਨੂੰ ਘੱਟ ਦਿੰਦੇ, ਜਾਂ ਕੋਈ ਵੀ ਐਸੀ ਆਦਤ ਜੋ ਤੁਸੀਂ ਚਾਹੁੰਦੇ ਹੋ ਕਿ ਭਾਜੀ ਚੇਂਜ ਕਰ ਲੈਣ, ਵੀ ਤੁਸੀਂ ਕਹਿ ਕੇ 5 ਸਾਲਾਂ ਤੋਂ ਥੱਕ ਗਏ ਹੋ ਕਿ ਕਵਲ ਬਸ ਯਾਰ, ਏਦਾਂ ਕਦੀ ਕੋਈ ਚੀਜ਼ ਹੈ ਜਿਹੜੀ ਬਾਰ-ਬਾਰ ਕਹਿੰਦੇ ਹੋ ਕਿ ਕਵਲ ਪਲੀਜ਼ ਯਾਰ? ਨਹੀਂ ਯਾਰ, ਨਹੀਂ ਇਹੋ ਜਿਹਾ ਕੁਝ ਨਹੀਂ ਹੈ, ਲੇਕਿਨ ਮੈਨੂੰ ਇੰਨਾ ਪਤਾ ਹੈ ਜਦੋਂ ਇਹ ਗੁੱਸੇ ਵਿੱਚ ਜਾਂ ਕਿਸੇ ਕੁਝ ਸੋਚ ਰਹੇ ਹੁੰਦੇ ਨਾ, ਇਹ ਬਹੁਤ ਸਾਇਲੈਂਟ ਹੋ ਜਾਂਦੇ ਨੇ ਤੇ ਇਹ ਬੜੇ ਕ੍ਰੇਜ਼ੀ ਹੈ। ਮੀਨਸ ਕਿ ਲਾਈਫ ਦੇ ਵਿੱਚ ਆਪਣੀ ਲਾਈਫ ਨੂੰ ਲੈ ਕੇ ਬੜੇ ਕ੍ਰੇਜ਼ੀ ਰਹਿੰਦੇ ਆ, ਸਪਾਰਕਿੰਗ ਰਹਿੰਦੀ, ਲੇਕਿਨ ਜਦੋਂ ਸਾਇਲੈਂਟ ਹੁੰਦੇ ਆ ਨਾ, ਔਰ ਨਾ ਕਿਸੇ ਨੂੰ ਕੁਝ ਦੱਸਦੇ ਆ, ਚੁੱਪਚਾਪ ਬਿਲਕੁਲ ਸਾਇਲੈਂਟ ਹੋ ਜਾਂਦੇ ਨੇ। ਇਹ ਚੀਜ਼ ਹੈ ਕਿ ਸ਼ੇਅਰ ਨਹੀਂ ਕਰਦੇ ਉਸ ਟਾਈਮ ਦੇ ਉੱਪਰ। ਹੋ ਸਕਦਾ ਹੈ। ਭਾਬੀ ਦੀ ਐਸੀ ਕਿਹੜੀ ਚੀਜ਼ ਹੈ ਜੋ ਤੁਹਾਨੂੰ ਮਤਲਬ ਕਈ ਵਾਰੀ ਪਰੇਸ਼ਾਨ ਕਰਦੀ ਹੈ, ਜਾਂ ਜਿਵੇਂ ਵੀ? ਪਰੇਸ਼ਾਨ ਨਹੀਂ ਕਰਦੀ, ਬਟ ਆਈ ਥਿੰਕ ਵਨ ਹੈਬਿਟ ਦੈਟ ਸ਼ੀ ਨੀਡਸ ਟੂ ਚੇਂਜ ਇਜ਼ ਸ਼ੀ ਹੈਜ਼ ਟੂ ਵੇਕ ਅਪ ਅਰਲੀ। ਸੌਂਦੀ ਬਹੁਤ ਹੈ ਤੇ ਉਹ ਮਤਲਬ ਮੈਨੂੰ ਐਵੇਂ ਲੱਗਦਾ ਹੈ ਕਿ ਦੇਖੋ ਹਰ ਬੰਦੇ ਨੂੰ 24 ਘੰਟੇ ਦਾ ਸਮੇਂ ਮਿਲਦਾ ਹੈ ਦਿਨ ਦੇ ਵਿੱਚ, ਹੈ ਨਾ, ਤੇ ਸਾਰਿਆਂ ਦੇ ਵਿੱਚ ਟਾਈਮ ਇਕੁਅਲੀ ਡਿਵਾਈਡ ਕੀਤਾ ਹੋਇਆ, ਤੇ ਤੁਸੀਂ ਜਿੰਨਾ ਘੱਟ ਸੌਂਦੇ ਹੋ ਤੁਸੀਂ ਓਨਾ ਟਾਈਮ ਜ਼ਿਆਦਾ ਅੱਛੇ ਤਰੀਕੇ। ਦੇਖੋ ਸੋਨਾ ਜ਼ਰੂਰੀ ਹੈ, ਮੈਂ ਇਹ ਨਹੀਂ ਕਹਿ ਰਿਹਾ ਸੋਨਾ ਜ਼ਰੂਰੀ, ਬਟ excess of everything is bad। ਹੁਣ ਜੇ 6 days office ਹੁੰਦਾ, ਇੱਕ ਦਿਨ ਚ ਸੋਣਾ ਨਹੀਂ ਹੁੰਦਾ। ਹੁਣ ਮਤਲਬ ਦਿਨ ਵੀ ਤੇ 7 ਹੀ ਹੁੰਦੇ ਨਾ ਹਫਤੇ ਦੇ ਵਿੱਚ, ਉਹਨਾਂ ਕੁ ਸੌ ਜੀ। ਦੇਖੋ ਹੁਣ ਪਾਣੀ ਹੈ, ਤੁਹਾਨੂੰ 2 ਗਲਾਸਾਂ ਦੇ ਪਾਣੀ ਜੋਗੀ ਪਿਆਸ ਲੱਗੀ ਹੈ, ਤੁਸੀਂ 8 ਗਲਾਸ ਪੀ ਲਓ,
ਤੁਸੀਂ ਪਰੇਸ਼ਾਨ ਹੋਵੋਗੇ। ਤੁਹਾਨੂੰ 2 ਫੁਲਕੇ ਦੀ ਭੁੱਖ ਹੈ, ਤੁਸੀਂ 6 ਰੋਟੀਆਂ ਖਾ ਲਓ, ਤੁਸੀਂ ਪਰੇਸ਼ਾਨ ਹੋਵੋਗੇ। ਤੁਸੀਂ ਕੈਲਰੀਜ਼ ਬਰਨ ਕਰਨੀ ਹੈ 100, ਤੁਸੀਂ ਕਰ ਲਓ ਬਰਨ 1000, ਪਰੇਸ਼ਾਨ ਹੋਵੋਗੇ। ਉਹੀ ਹਿਸਾਬ ਕਿਤਾਬ ਸਲੀਪ ਦਾ ਹੈਗਾ ਵੀ ਜੇ ਤੁਸੀਂ ਜ਼ਿਆਦਾ ਸੋ ਲਓਗੇ ਤੁਸੀਂ ਪਰੇਸ਼ਾਨ ਹੋਵੋਗੇ। ਇੱਥੇ ਮੈਨੂੰ ਲੱਗਦਾ ਮੈਂ ਥੋੜੀ ਭਾਬੀ ਵੱਲ ਖਿਸਕ ਹੀ ਜਾਵਾਂ ਮਾੜੀ ਜੀ, ਕਿਉਂਕਿ ਕੁੜੀਆਂ ਉਹੀ ਸੇਮ ਗੱਲ ਕਿ ਵੈਸੇ ਤਾਂ ਵਿਚਾਰੀਆਂ ਸਾਰਾ ਦਿਨ ਕੰਮ ਕਰਦੇ ਰਹਿੰਦੇ, ਹੁਣ ਇੱਕ ਦਿਨ ਮਿਲਦਾ ਉਦੋਂ ਵੀ ਨਾ ਸੋਈਏ ਯਾਰ, ਗਲਤ ਗੱਲ ਹੈ ਨਾ। ਹਾਂ, ਬਸ ਵੂਮਨ ਐਮਪਾਵਰਮੈਂਟ, ਹੀਟਰ ਲਗਾ ਕੇ ਸੋਵਾਂਗੇ। ਵੂਮਨ ਐਮਪਾਵਰਮੈਂਟ ਯੈਸ। ਸੋ ਹੁਣ ਜਿਵੇਂ ਤੁਸੀਂ ਗੱਲ ਹੀ ਕੀਤੀ ਖੁਦ ਹੀ ਕਿ ਲੇਟ ਸੌਂਦੇ, ਤੇ ਭਾਬੀ ਜਿਵੇਂ ਹੁਣ ਪਿੱਛੇ ਮੈਨੂੰ ਡਰ ਲੱਗ ਰਿਹਾ ਹੈ ਸਵਾਲ ਪੁੱਛਦੇ ਕਿ ਪਿੱਛੇ, ਕਿਉਂਕਿ ਭਾਬੀ ਦੀ ਸੱਸ ਵੀ ਬੈਠੀ ਤਾਂ ਥੋੜਾ ਡਰ ਲੱਗ ਰਿਹਾ ਹੈ। ਸੱਸਾਂ ਹੈ ਨਾ, ਮਤਲਬ ਜਿਵੇਂ ਥੋੜਾ ਡਰ ਵੀ ਲੱਗਦਾ ਹੈ ਵੀ ਸੱਸ ਹੈ ਨਾ, ਮਤਲਬ ਬਹੁਤ ਡਰ ਹੁੰਦਾ ਸੱਸਾਂ ਦਾ ਨੂੰਹਾਂ ਨੂੰ। ਸੋ ਉਹ ਦੇਖੋ ਆਂਟੀ ਕਹਿ ਰਹੀ ਮੈਂ ਲੁੱਕ ਜਾਂਦੀ ਆ। ਸੋ ਮਦਰ ਇਨ ਲਾਅ ਨਾਲ ਜਾਂ ਤੁਹਾਡੇ ਅਗਰ ਪੰਜਾਬੀ ਚ ਕੀ ਸੱਸ ਨਾਲ ਕਿਹੋ ਜਿਹਾ ਰਿਸ਼ਤਾ ਹੈ? ਜਿਵੇਂ ਕਹਿ ਰਹੇ ਨੇ ਸੌਂਦੀ ਬਹੁਤ ਹੈ, ਤਾਂ ਕਦੀ ਸੱਸ ਨੇ ਉਹ ਜਿਵੇਂ ਤਾਨੇ ਦਿੱਤੇ ਆ, ਉੱਠ ਜਾ ਡਰ ਕੇ, ਐਵੇਂ ਕੁਝ ਡਰ ਜਿਹਾ ਲੱਗਿਆ? ਤੁਸੀਂ ਉਹਨੂੰ ਮਦਰ ਇਨ ਲਾਅ ਕਹਿ ਰਹੇ ਨਾ, ਇਨ ਲਾਅ ਕੱਢ ਦੋ। ਔਰ ਰੀਜ਼ਨ ਪਤਾ ਕੀ ਹੈ? ਜਦੋਂ ਮੇਰੇ ਮਮਾ, ਮੇਰੇ ਖੁਦ ਦੇ ਮਮਾ ਜਦੋਂ ਡਾਂਟ ਮਾਰਦੇ ਮੈਨੂੰ, ਉਦੋਂ ਮੈਨੂੰ ਨਹੀਂ ਫੀਲ ਹੋਇਆ, ਤੇ ਜੇ ਉਹ ਮੈਨੂੰ ਡਾਂਟ ਮਾਰੇ ਤੇ ਮੈਨੂੰ ਕਿਉਂ ਫੀਲ ਹੋ ਰਿਹਾ? ਕਿਉਂਕਿ ਉਹ ਵੀ ਤਾਂ ਮਦਰ ਹੀ ਹੈ ਨਾ। ਦੂਸਰੀ ਗੱਲ ਹੈਗੀ ਹੈ ਕਿ ਤੁਸੀਂ ਉਹਨਾਂ ਨੂੰ ਐਜ਼ ਏ ਮਦਰ ਇਨ ਲਾਅ ਨਾ ਦੇਖੋ, ਐਜ਼ ਏ ਹਿਊਮਨ ਦੇਖੋ। ਸ਼ੀ ਇਜ਼ ਵੈਰੀ ਗੁੱਡ ਪਰਸਨ। ਉਹ ਤਾਂ ਸਾਨੂੰ, ਮਤਲਬ ਮੈਂ ਸਵੇਰੇ ਜਦੋਂ ਆਈ ਆ, ਉਹ ਲਾਈਕ ਉਹਨਾਂ ਦਾ ਬਿਹੇਵੀਅਰ ਜਿਵੇਂ ਵੀ ਉਹ ਪਤਾ ਲੱਗ ਜਾਂਦਾ ਹੈ ਕਿ ਕਿਸ ਤਰ੍ਹਾਂ ਦੇ ਪਰਸਨ ਨੇ। ਮੀਨਸ ਉਹ ਕਈ ਵਾਰੀ ਇੰਨੇ ਓਵਰ ਕੰਸਰਨ ਹੋ ਜਾਂਦੇ ਨੇ, ਆਪਣਾ ਖਾਣਾ ਛੱਡਿਆ ਹੋਏਗਾ ਔਰ ਕਿਸੇ ਹੋ ਜਾਣਾ ਨੂੰ ਖਾਣਾ ਖਵਾ ਰਹੇ ਹੋਣਗੇ। ਕੋਈ ਵੀ ਆਣਾ ਬਾਹਰੋਂ ਆ ਜਾਵੇ ਨਾ, ਉਹਨਾਂ ਨੂੰ ਖਾਣਾ ਖਵਾ ਰਹੇ ਹੁੰਦੇ, ਮੇਰਾ ਹੋ ਗਿਆ, ਇਹ ਕਹਿ ਰਹੇ ਹੋਣਗੇ ਕਿ ਸਕਿਪ ਕਰ ਜਾਣਗੇ ਆਪਣਾ ਖਾਣਾ, ਔਰ ਮੰਨਣਗੇ ਵੀ ਨਹੀਂ, ਕਹਿਣਗੇ ਹਾਂ ਮੈਂ ਖਾ ਲਿਆ। ਇਹ ਚੀਜ਼ ਹੈ ਇਹਨਾਂ ਦੀ। ਅੱਛਾ, ਇਹਨਾਂ ਨੇ ਤਾਂ ਦੱਸਤਾ ਆਪਣੀ ਸਾਸੂ ਮਾਂ ਨਾਲ ਰਿਸ਼ਤਾ। ਜਵਾਈ ਜੀ, ਪ੍ਰਾਹੁਣਾ ਸਾਹਿਬ, ਤੁਹਾਨੂੰ ਕੀ ਕੀ ਕਹੀਏ। ਤੇ ਤੁਸੀਂ ਜਦੋਂ ਸਹੁਰੇ ਜਾਂਦੇ ਹੋ ਤੇ ਫਿਰ, ਕਿਉਂਕਿ ਜਵਾਈਆਂ ਨੂੰ ਤਾਂ ਵੈਸੇ ਹੀ ਮਤਲਬ ਇਤਿਹਾਸ ਗਵਾ ਰਿਹਾ ਹੈ ਕਿ ਜਵਾਈਆਂ ਨੂੰ, ਪ੍ਰਾਹੁਣਿਆਂ ਨੂੰ, ਜੀਜਿਆਂ ਨੂੰ, ਫੁੱਫੜਾਂ ਨੂੰ, ਹੈ ਨਾ, ਇਹਨਾਂ ਨੂੰ ਮੈਂ ਕਹਿੰਦੀ ਹਾਂ ਪੰਜਾਬੀ ਸੱਭਿਆਚਾਰ 'ਚ ਜਾਂ ਪੰਜਾਬੀ ਰਿਸ਼ਤਿਆਂ 'ਚ ਜਦੋਂ ਗੱਲ ਆਉਂਦੀ ਬੜਾ ਜ਼ਿਆਦਾ ਮਾਣ ਦਿੱਤਾ ਜਾਂਦਾ ਹੈ। ਸੋ ਤੁਹਾਨੂੰ ਜਦੋਂ ਸਹੁਰੇ ਜਾਂਦੇ ਹੋ ਕਿੰਨਾ ਕਿ ਸਤਿਕਾਰ ਮਿਲਿਆ? ਫਿਰ ਕੀ ਕੀ ਟਰੀਟਮੈਂਟ ਹੁੰਦੇ ਆ? ਬੰਦੇ ਕੁੱਕੜ ਸ਼ੁੱਕੜ? ਦੇਖੋ ਜੀ, ਇੱਦਾਂ ਹੈ ਕਿ ਜਦੋਂ ਜਿਹੜੀ ਪੁਰਾਣੀਆਂ ਗੱਲਾਂ ਚਲਦੀਆਂ ਆਈਆਂ, ਉਹ ਚਲਦੀਆਂ ਹੀ ਇਸ ਪਿੱਛੇ ਆਈਆਂ ਬਿਕੋਜ਼ ਉਹ ਸੱਚ ਹੈ, ਉਹ ਰਿਐਲਿਟੀ ਹੈਗਾ, ਹੈ ਨਾ। ਤੇ ਮੈਂ ਮਤਲਬ ਜਦੋਂ ਵੀ ਜਾਣਾ ਹੈਗਾ ਪਟਿਆਲੇ ਤੇ ਐਵਰੀਬਡੀ ਕਮਸ ਆਊਟ ਟੂ ਵੈਲਕਮ, ਉਹ ਬੜਾ ਅੱਛਾ ਇੱਕ ਜੈਸਚਰ ਹੁੰਦਾ ਹੈਗਾ। ਤੇ ਮਤਲਬ ਖਾਣ ਪੀਣ ਦਾ ਇੰਨਾ ਸਮਾਨ ਹੁੰਦਾ ਹੈ ਕਿ ਮੈਂ ਸੋਚ ਕੇ ਜਾਣਾ ਕਿ ਯਾਰ ਮੈਂ ਲੰਚ ਔਰ ਡਿਨਰ ਮਿਸ ਕਰਕੇ ਜਾਵਾਂਗਾ ਤਾਂ ਉੱਥੇ ਜਾ ਕੇ ਖਾ ਪਾਵਾਂਗਾ। ਉਹ ਬਾਰਬੀਕਿਊ ਨੇਸ਼ਨ ਵਾਲੀ ਫੀਲਿੰਗ। ਵੀ ਤੁਸੀਂ ਬਾਰਬੀਕਿਊ ਨੇਸ਼ਨ ਜਾਣਾ, ਤੁਹਾਨੂੰ ਇੱਕ ਮੀਲ ਸਕਿਪ ਕਰਨੀ ਪੈਣੀ ਹੈ, ਨਹੀਂ ਤਾਂ ਬਾਰਬੀਕਿਊ ਨੇਸ਼ਨ ਜਾਣ ਦਾ ਕੋਈ ਫਾਇਦਾ ਨਹੀਂ ਹੈ ਨਾ। ਤੇ ਉਹ ਵਾਲੀ ਫੀਲਿੰਗ ਆਉਂਦੀ ਹੈ ਵੀ ਕਾਫੀ ਕੁਝ ਹੁੰਦਾ ਹੈ। ਤੇ ਫਿਰ ਉਹ ਜੇ ਉੱਥੇ ਓਵਰ ਈਟਿੰਗ ਹੋ ਜਾਏ, ਫਿਰ ਚਲੋ ਜੇ ਪਹਿਲੇ ਮਿਸ ਨਾ ਹੋ ਪਾਏ ਤਾਂ ਘਰ ਆ ਕੇ 2 ਡੰਗ ਤਾਂ ਤੁਹਾਨੂੰ ਮਿਸ ਕਰਨੇ ਪੈਂਦੇ ਆ। ਸੋ ਅੱਛਾ, ਇਹ ਤਾਂ ਹੋ ਗਿਆ ਸੱਸਾਂ ਦੀ ਗੱਲ। ਤੇ ਸਹੁਰਾ ਸਾਹਿਬ ਜੀ ਨਾਲ, ਕਿਉਂਕਿ ਅਸੀਂ ਅੱਜ ਜੋ ਫੀਲ ਕੀਤਾ ਕਿ ਅੰਕਲ ਵੀ ਬੜੇ ਸਵੀਟ, ਬੜੇ ਨਾਈਸ ਨੇ ਨਾ, ਫੈਮਿਲੀ ਕਾਫੀ ਸਵੀਟ ਆ ਕਮਲ ਦੀ। ਸੋ ਸਹੁਰਾ ਸਾਹਿਬ ਨਾਲ, ਕਿਉਂਕਿ ਨੂੰਹਾਂ ਦਾ ਇੱਕ ਜਿਵੇਂ ਕਹਿ ਲਓ ਰਿਸਪੈਕਟ ਦੇ ਵਿੱਚ ਕਹਿ ਲਓ ਜਾਂ ਜਿਵੇਂ ਮਰਜ਼ੀ ਕਹਿ ਲਓ, ਆਪਣੇ ਸਹੁਰਿਆਂ ਨਾਲ ਵੀ ਇੱਕ ਅਲੱਗ ਤਰ੍ਹਾਂ ਦਾ ਬੌਂਡ, ਇੱਕ ਅਲੱਗ ਰਿਸ਼ਤਾ ਹੁੰਦਾ ਹੈ। ਕਈ ਵਾਰੀ ਨੂੰਹ ਆਪਣੇ ਫਾਦਰ ਨੂੰ ਲੱਭਦੀ ਹੈ ਸਹੁਰਾ ਸਾਹਿਬ 'ਚ ਆਪਣੇ 'ਚ ਨਾ। ਸੋ ਤੁਹਾਡਾ ਰਿਸ਼ਤਾ ਕਿੱਦਾਂ ਦਾ ਅੰਕਲ ਨਾਲ? ਅਗਰ ਆਪਾਂ ਪਾਪਾ ਦਾ ਵਰਡ ਅਗਰ ਕਹੀਏ, ਤੇ ਪਾਪਾ ਨੇ ਹੁਣ ਤੱਕ ਮੇਰਾ ਬਹੁਤ ਧਿਆਨ ਰੱਖਿਆ। ਅਗਰ ਮੇਰੀ ਛੋਟੀ ਜਿਹੀ ਚੀਜ਼ ਵੀ ਟੁੱਟ ਜਾਂਦੀ ਹੈ ਨਾ, ਅਗਲੇ ਦਿਨ ਉਹ ਠੀਕ ਹੋਈ ਹੁੰਦੀ ਹੈ। ਮੀਨਸ ਕਿ ਪਾਪਾ ਨੇ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਹੁੰਦਾ ਹੈ। ਤੇ ਦੂਸਰੀ ਗੱਲ ਇਹ ਹੈ ਕਿ ਪਾਪਾ ਨਾ ਆਰਟ ਨਾਲ ਰਿਲੇਟਡ ਹੈ। ਜਿਸ ਕਿ ਇੱਕ ਪਾਸੇ ਉਹ ਫੋਰੈਂਸਿਕ ਸਾਇੰਸ ਨਾਲ ਡਿਪਾਰਟਮੈਂਟ ਨਾਲ ਰਿਲੇਟਡ ਸੀ, ਤੇ ਦੂਸਰੇ ਪਾਸੇ ਆਰਟ ਨਾਲ ਰਿਲੇਟਡ ਹੈ। ਮੀਨਸ ਜਦੋਂ ਮੈਂ ਗੱਲਬਾਤ ਵੀ ਕਰਦੀ ਨਾ, ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਹ ਚੀਜ਼ ਸਪੈਸ਼ਲ ਹੈ ਪਾਪਾ ਦੇ ਵਿੱਚ। ਸੇਮ ਕੁਐਸਚਨ ਫॉर ਯੂ ਵਿਦ ਯੋਰ ਸਹੁਰਾ ਸਾਹਿਬ। there is a statement ਮਤਲਬ ਜਿਹੜੀ ਆਈ ਸੀਗੀ ਮੇਰੇ ਕੋਲ, ਉਹ ਸਟੇਟਮੈਂਟ ਇਹ ਸੀਗੀ ਕਿ ਮਤਲਬ ਮੈਨੂੰ ਕਵਲ ਨਾਲ ਆਪਣੇ ਬੱਚਿਆਂ ਨਾਲੋਂ ਵੀ ਜ਼ਿਆਦਾ ਪਿਆਰ ਹੈਗਾ ਤੇ ਹੈ ਨਾ। ਸੋ that is a really special and a very heart-warming statement। ਮਤਲਬ ਕੁਝ ਗੱਲਾਂ ਤੁਹਾਨੂੰ ਬਹੁਤ ਕੁਝ ਕਹਿ ਜਾਂਦੀਆਂ ਹੈਗੀਆਂ, ਹੈ ਨਾ। ਤੇ ਉਹ ਸਟੇਟਮੈਂਟ ਮੈਂ ਤੁਹਾਡੇ ਸਾਹਮਣੇ ਜ਼ਾਹਿਰ ਕੀਤੀ ਹੈ, ਤੇ ਆਈ ਥਿੰਕ ਤੁਸੀਂ ਉਹ ਸਟੇਟਮੈਂਟ ਦੇ ਨਾਲ ਕਾਫੀ ਕੁਝ ਸਮਝ ਗਏ ਹੋਵੋਗੇ। ਅਸੀਂ ਮੇਰਾ ਬ੍ਰਦਰ ਔਰ ਮੈਂ ਬੈਠੇ ਹੋਏ ਸੀ, ਔਰ ਅਸੀਂ ਪਤਾ ਨਹੀਂ ਕੋਈ ਗੱਲ ਨਹੀਂ ਮੰਨ ਰਹੇ ਸੀ ਉਸ ਟਾਈਮ ਦੇ ਉੱਪਰ। ਤੇ ਪਾਪਾ ਕਹਿ ਗਏ ਇੱਕਦਮ ਹੀ, ਤੁਹਾਡੇ ਦੋਨਾਂ ਨਾਲੋਂ ਪਿਆਰਾ ਮੈਨੂੰ ਨਾ ਕਵਲ ਲੱਗਦਾ ਵੈਸੇ, ਕਿ ਮੀਨਸ ਕਿ ਕਮ ਸੇ ਕਮ ਗੱਲ ਤੇ ਮੰਨਦਾ ਹੈ ਨਾ। ਉਹ ਇਹ ਗੱਲ ਹੋਈ ਸੀ ਉਸ ਟਾਈਮ ਦੇ ਉੱਪਰ। ਉਹ ਹੁਣ ਵੀ ਕਹਿੰਦੇ ਆ ਕਿ ਕਵਲ ਜ਼ਿਆਦਾ ਪਿਆਰਾ ਐਸ ਕੰਪੇਅਰ ਟੂ ਮੇਰੇ ਬੱਚਿਆਂ ਦੇ।
ਤੇ ਫਿਰ ਸਾਡਾ ਫੀਲ ਹੁੰਦਾ ਸਾਨੂੰ ਪਾਪਾ ਤੁਸੀਂ ਕਿਉਂ ਗਏ ਵਾਲੀ ਗੱਲ। ਸੋ ਵੈਰੀ ਨਾਈਸ। ਅਗਰ ਆਪਾਂ ਹੁਣ ਜਿਵੇਂ ਸੀਰੀਅਸ ਗੱਲ ਕਰੀਏ, ਕੁਝ ਜਿਵੇਂ ਕਪਲਸ ਦੇ ਵਿਆਹ ਤੋਂ ਪਹਿਲਾਂ ਕੁਝ ਆਪਸ ਦੇ ਵਿੱਚ ਕੁਝ ਚੀਜ਼ਾਂ ਡਿਸਾਈਡ ਹੁੰਦੀਆਂ ਨੇ, ਰਾਈਟ? ਮੈਰਿਜ ਇੱਕ ਬਹੁਤ ਵੱਡੀ ਸਟੇਟਮੈਂਟ ਹੁੰਦੀ ਹੈ ਕਿ ਤੇਰੇ ਨਾਲ ਮੈਂ ਸਾਰੀ ਉਮਰ ਕੱਟਣੀ ਆ। ਸੋ ਇੱਕ ਕਿਹੜੀ ਚੀਜ਼ ਸੀਗੀ ਭਾਬੀ ਜਿਹੜੀ ਤੁਸੀਂ ਵੀਰੇ ਨੂੰ ਕਹੀ ਸੀ ਕਿ ਕਮਲ ਵਿਆਹ ਤੋਂ ਬਾਅਦ ਮੇਰੀ ਆਹ ਚੀਜ਼ ਦਾ ਤੂੰ ਖਿਆਲ ਰੱਖਣਾ ਹਮੇਸ਼ਾ? ਉਹ ਕੋਈ ਐਸੀ ਜਿਹੜੀ ਤੁਹਾਡੀ ਡਿਮਾਂਡ ਕਹਿ ਲਓ ਜਾਂ ਇਹੋ ਜਿਹੀ ਕੋਈ ਤੁਹਾਡੀ ਵਿਸ਼ ਸੀਗੀ ਜੋ ਤੁਸੀਂ ਡਰ ਰਹੇ ਸੀ ਕਿ ਪਤਾ ਨਹੀਂ ਕਮਲ ਵਿਆਹ ਤੋਂ ਬਾਅਦ ਇਹ ਚੀਜ਼ ਕਰੇਗਾ ਮੇਰੇ ਲਈ ਕਿ ਨਹੀਂ? ਇਹੋ ਜਿਹਾ ਤੇ ਕੁਝ ਨਹੀਂ ਹੋਇਆ, ਲੇਕਿਨ ਇਹ ਨਾਨ ਵੈਜ ਨੇ ਤੇ ਮੈਂ ਵੈਜੀਟੇਰੀਅਨ ਹਾਂ। ਅੱਛਾ। ਤੇ ਉਹ ਚੀਜ਼ ਕਈ ਵਾਰੀ ਥੋੜਾ ਜਿਹਾ ਕਰ ਜਾਂਦੀ ਹੈ, ਲੇਕਿਨ ਇਹਨਾਂ ਨੇ ਮੈਨੂੰ ਕਦੀ ਫੀਲ ਨਹੀਂ ਹੋਣ ਦਿੱਤਾ। ਸਕੇ ਆਪਾਂ ਦੁਬਈ ਵੀ ਗਏ ਸੀ ਨਾ ਜਿਸ ਟਾਈਮ ਦੇ ਉੱਪਰ, ਉਸ ਟਾਈਮ ਵੀ ਇਸ ਤਰ੍ਹਾਂ ਸੀ ਕਿ ਇਹ ਅਗਰ ਨਾਨ ਵੈਜ ਖਾ ਰਹੇ ਇਟਸ ਓਕੇ ਔਰ ਮੈਂ ਵੈਜ ਖਾ ਰਹੀ ਹਾਂ ਤੇ ਇਟਸ ਓਕੇ। ਮੀਨਸ ਇਹਨਾਂ ਨੇ ਮੈਨੂੰ ਫੀਲ ਨਹੀਂ ਹੋਣ ਦਿੱਤਾ ਉਹ ਚੀਜ਼, ਉਹ ਗੱਲ ਬੜੀ ਅੱਛੀ ਹੈ। ਤੇ ਤੁਸੀਂ ਇਹੋ ਜਿਹੀ ਕੋਈ ਚੀਜ਼, ਜਿਵੇਂ ਅਕਸਰ ਮੁੰਡੇ ਕਹਿੰਦੇ ਕਿ ਹਾਂ ਮੇਰੇ ਪੇਰੈਂਟਸ ਦਾ ਖਿਆਲ ਰੱਖਣਾ, ਇਹ ਕੁਝ ਕੰਡੀਸ਼ਨਸ ਰੱਖਦੇ ਨੇ ਪੇਰੈਂਟਸ ਆਪਣੀ ਨਹੀਂ ਉਹ ਨਹੀਂ ਕੁਝ ਆਪਣਾ ਫਿਰ ਇੱਕ thought process ਕੁਝ ਵੀ ਥਾਟਸ ਆਉਂਦੇ ਦਿਮਾਗ ਦੇ ਵਿੱਚ ਕਿ ਇਹ ਮੇਰੀ ਵਾਈਫ ਐਜ਼ ਅ ਵਾਈਫ ਆ ਚੀਜ਼ ਕਰ ਪਾਏਗੀ ਨਹੀਂ ਕਰ ਪਾਏਗੀ, ਤੁਹਾਡੇ ਕੋਈ ਡਾਊਟਸ ਆਉਂਦੇ ਆ, ਤੁਹਾਡੇ ਦਿਲ ਵਿੱਚ ਉਹ ਕਿਹੜੀ ਚੀਜ਼ ਸੀ? ਦੇਖੋ ਡਾਊਟ ਤਾਂ ਐਸਾ ਕੁਝ ਨਹੀਂ ਸੀਗਾ, ਬਟ ਆਬਵੀਅਸਲੀ ਤੁਸੀਂ ਜਿੰਨਾ ਮਰਜ਼ੀ ਇਹਨੂੰ ਕਹਿ ਲਓ ਕਿ ਐਕਸਪੈਕਟੇਸ਼ਨ ਆਲਵੇਜ਼ ਕਿਲਸ, ਬਟ ਯੂ ਹੈਵ ਅ ਸਰਟਨ ਕਾਈਂਡ ਆਫ ਐਕਸਪੈਕਟੇਸ਼ਨ ਦਿਲ ਦੇ ਵਿੱਚ ਵੀ ਮੁੰਡਾ ਇਦਾਂ ਦਾ ਹੋਏ, ਕੁੜੀ ਇਦਾਂ ਦੀ ਹੋਏ। ਤੇ ਮਤਲਬ ਮੈਨੂੰ ਇਹ ਚੀਜ਼ ਦਾ ਪਹਿਲਾਂ ਹੀ ਖਿਆਲ ਹੁੰਦਾ ਸੀ ਕਿ ਯਾਰ ਗਰਲ ਜੋ ਵੀ ਹੋਏਗੀ ਸ਼ੀ ਸ਼ੁੱਡ ਬੀ ਅੰਡਰਸਟੈਂਡਿੰਗ, ਐਂਡ ਬਿਕੋਜ਼ ਅੰਡਰਸਟੈਂਡਿੰਗ ਇੱਕ ਬਹੁਤ ਵੱਡੀ ਟਰਮ ਹੈਗੀ ਹੈ। ਜੇ ਤੁਸੀਂ ਮਤਲਬ ਅੰਡਰਸਟੈਂਡਿੰਗ ਹੈਗੇ ਹੋ ਤੇ ਉਹ ਤੁਹਾਡੇ ਬੜੇ ਸਾਰੇ ਚੀਜ਼ਾਂ ਦਾ ਜਿਹੜੀ ਪ੍ਰੋਬਲਮਸ ਹੈ ਉਹਦਾ ਸੋਲੂਸ਼ਨ ਆਟੋਮੈਟਿਕਲੀ ਦੇ ਦਿੰਦੇ ਹੈ ਨਾ। ਕਿਸੇ ਦੀ ਗੱਲ ਸੁਣਨਾ, ਸਮਝਣਾ, ਮੰਨਣਾ ਨਾ ਮੰਨਣਾ ਇਜ਼ ਅ ਸੈਕਿੰਡ ਸਟੇਜ। ਪਹਿਲੀ ਹੈ ਵੀ ਗੱਲ ਸੁਣੋ ਔਰ ਸਮਝੋ ਕਿ ਵੈਦਰ ਇਟ ਇਜ਼ ਰਾਈਟ ਔਰ ਰੋਂਗ। ਤੇ ਮੈਨੂੰ ਸੀਗਾ ਵੀ ਅੰਡਰਸਟੈਂਡਿੰਗ ਹੋਏ, ਬਾਕੀ ਚੀਜ਼ਾਂ ਸਭ ਸੈੱਟ ਹੋ ਜਾਣਗੀਆਂ। ਇੱਕ ਹੋਰ ਬੜੀ ਸਪੈਸ਼ਲ ਗੱਲ ਹੈ ਕਿ ਮੈਨੂੰ ਸਾਨੂੰ ਆਪਸ ਵਿੱਚ ਲੱਗਦਾ ਨਹੀਂ ਕਿ ਅਸੀਂ ਹਸਬੈਂਡ ਵਾਈਫ ਹੈ, ਫਰੈਂਡਸ ਫੀਲ ਹੁੰਦੀ ਹੈ ਸਾਨੂੰ ਕਿ ਆਪਾਂ ਫਰੈਂਡਸ ਹੈ, ਔਰ ਸਾਨੂੰ ਕੋਈ ਨਾ ਆ ਕੇ ਫੀਲ ਕਰਾਉਂਦਾ ਕਿ ਤੁਸੀਂ ਦੋਨੋਂ ਹਸਬੈਂਡ ਵਾਈਫ ਹੋ। ਇਹ ਵਾਲੀ ਚੀਜ਼ ਹੋ ਜਾਂਦੀ ਕਈ ਵਾਰੀ। ਉਹ ਮੈਂ ਦੇਖ ਲਿਆ ਉਹਨੇ ਜਦੋਂ ਖੋ ਖਿੱਚ ਹੋ ਰਹੀ ਸੀ ਨਾ। ਸੋ ਭਾਬੀ ਕੁੜੀਆਂ, ਇਹ ਸਵਾਲ ਮੇਰਾ ਤੁਹਾਡੇ ਤੋਂ ਹੈ ਕਿ ਮੈਂ ਵੀ ਇੱਕ ਵਰਕਿੰਗ ਹੈ ਨਾ ਹੈਗੀ ਆ, ਤੁਸੀਂ ਵੀ ਵਰਕਿੰਗ ਹੋ। ਕੁੜੀਆਂ ਲਈ ਪਹਿਲੀ ਇੱਕ ਦਿਮਾਗ ਦੇ ਵਿੱਚ ਮੈਰਿਜ ਨੂੰ ਲੈ ਕੇ ਸ਼ਾਇਦ ਅੱਜ ਕੱਲ ਕਹੀਏ ਜਾਂ ਹੈ ਨਾ, ਮੈਂ ਤੁਹਾਡੇ ਤੋਂ ਛੋਟੀ ਵੀ ਹੋਊਂਗੀ, ਉਹ ਕਿਤੇ ਨਾ ਕਿਤੇ ਇੱਕ ਦਿਮਾਗ ਦੇ ਵਿੱਚ ਸਾਡੀ ਜਨਰੇਸ਼ਨ ਦੀ ਅਗਰ ਮੈਂ ਗੱਲ ਕਰਾਂ 1-2 ਸਾਲ ਦੇ ਵਿੱਚ, ਜਿਵੇਂ ਕਹ ਲਓ ਅੱਜ ਕੱਲ੍ਹ ਬਹੁਤ ਜ਼ਿਆਦਾ ਫਰਕ ਹੈ ਕਿ ਸਾਰੇ ਵਰਕਿੰਗ ਰਹਿਣਾ ਚਾਹੁੰਦੇ ਆ ਐਂਡ ਐਵਰੀਬਡੀ ਇਜ਼ ਕੰਸਰਨ। ਸਭ ਨੂੰ ਡਰ ਲੱਗਦਾ ਕਿ ਵਿਆਹ ਤੋਂ ਬਾਅਦ ਕਿਤੇ ਮੇਰੇ ਸਹੁਰੇ ਨਾ ਛੁਡਾ ਦੇਣ ਮੇਰਾ ਕੰਮ, ਹੈ ਨਾ, ਜਾਂ ਕਿਤੇ ਮੈਂ ਜਦੋਂ ਫੈਮਿਲੀ ਗਰੋ ਕਰੇਗੀ, ਬੱਚੇ ਹੋਣਗੇ, ਬੱਚਿਆਂ 'ਚ ਉਲਝ ਕੇ ਨਾ ਰਹਿ ਜਾ। ਜਾਂ ਤੁਹਾਡੇ ਦਿਮਾਗ ਦੇ ਵਿੱਚ ਕਮਲ ਨੂੰ ਲੈ ਕੇ ਜਾਂ ਕਦੀ ਇਹ ਜ਼ਿੰਦਗੀ ਦੇ ਵਿੱਚ ਥੋਟ ਹੈਗਾ ਕਿ ਕੱਲ੍ਹ ਨੂੰ ਮੇਰਾ ਕਰੀਅਰ ਵੀ ਹੈ, ਜਾਂ ਆਪਸ ਦੇ ਵਿੱਚ ਡਿਸਕਸ ਕਰਦੇ ਹੋਵੋ ਕਿ ਕਰੀਅਰ ਕਿਵੇਂ ਮੈਨੇਜ ਕਰਨਾ ਅੱਗੇ, ਜਾਂ ਕਦੇ ਤੁਸੀਂ ਲੇਟ ਨਾਈਟ ਕੰਮ ਕਰ ਰਹੇ ਹੋ ਕਿਉਂਕਿ ਤੁਸੀਂ ਵੀ ਕੈਂਕਰ ਹੋ ਸਕਦਾ ਕੋਈ ਸ਼ੋਅ ਜਾਂ ਕੁਛ ਇਸ ਤਰ੍ਹਾਂ ਦਾ ਤੁਹਾਡਾ ਲੇਟ ਨਾਈਟ ਹੋਵੇ। ਸੋ ਉਸ ਤਰੀਕੇ ਨੂੰ ਕਿੱਦਾਂ ਤੁਸੀਂ ਸੋਚਦੇ ਹੋ ਦਿਮਾਗ ਦੇ ਵਿੱਚ, ਜਾਂ ਕਮਲ ਦੀ ਉਹਦਾ ਕੀ ਸਪੋਰਟ ਹੈ? ਲਾਸਟ 4-5 ਇਅਰਸ ਦੇ ਵਿੱਚ ਨਾ ਜਦੋਂ ਅਸੀਂ ਵੈਸੇ ਗੱਲਬਾਤ ਕਰਦੇ ਹੁੰਦੇ ਸੀ ਨਾ, ਤੇ ਮੈਂ ਅਗਰ ਕਹਿ ਦਵਾਂ ਨਾ ਕਿ ਮੈਂ ਆਫਿਸ ਹਾਂ, ਤੇ ਮੀਨਸ ਇਹ ਮੰਨ ਕੇ ਔਰ ਮੈਨੂੰ ਡਿਸਟਰਬ ਨਹੀਂ ਕਰਦੇ ਸੀ। ਮੀਨਸ ਕਿ ਬੜੀ ਅੱਛੀ ਅੰਡਰਸਟੈਂਡਿੰਗ ਸੀ ਉਸ ਚੀਜ਼ ਦੇ ਵਿੱਚ। ਤੇ ਹੁਣ ਅਗਰ ਮੈਂ ਇੱਥੇ ਆ ਚੁੱਕੀ ਹਾਂ, ਮੀਨਸ ਕਿ ਮੇਰੀ ਮੈਰਿਜ ਹੋ ਚੁੱਕੀ ਹੈ, ਤੇ ਉਸ ਤੋਂ ਬਾਅਦ ਵੀ ਐਕਸਟਰਾ ਸਪੋਰਟ ਮਿਲਦੀ ਹੈ। ਹਮੇਸ਼ਾ ਮੈਨੂੰ ਕਿਹਾ ਜਾਂਦਾ ਕਿ ਤੁਸੀਂ ਔਨ ਟਾਈਮ ਪਹੁੰਚ ਜਾਓ ਤਾਂ ਜੋ ਤੁਸੀਂ ਈਵਨਿੰਗ ਟਾਈਮ ਔਨ ਟਾਈਮ ਆ ਸਕੋ, ਕਿਉਂਕਿ ਮੈਂ ਥੋੜੀ ਜੀ ਨਾ ਉਹ ਹੈ ਥੋੜੇ ਲੇਟ ਹੋ ਹਾਂ ਜਾਂਦੇ ਹੋ ਕਿ ਮੀਨਸ ਪੰਚੁਅਲ ਨਹੀਂ ਇੰਨਾ ਜ਼ਿਆਦਾ ਮੈਂ, ਲੇਕਿਨ ਹਾਂ ਮੈਂ ਪਹੁੰਚ ਜਾਂਦੀ ਆਪਣੇ ਟਾਈਮ ਤੇ। ਤੇ ਹਮੇਸ਼ਾ ਇਹਨਾਂ ਨੇ ਮੈਨੂੰ ਇਨਸਪਾਇਰ ਹੀ ਕੀਤਾ ਹੈ ਕਿ ਆਪਣੇ ਵਰਕ ਨਾਲ ਜੁੜੇ ਰਹੋ, ਕਿਉਂਕਿ ਇਹੋ ਗੱਲ ਹੁੰਦੀ ਹੈ ਕਿ ਅਗਰ ਹਸਬੈਂਡ ਤੁਹਾਡੇ ਨਾਲ ਹੈ ਨਾ ਤਾਂ ਤੁਸੀਂ ਜੱਗ ਜਿੱਤ ਸਕਦੇ ਹੋ। ਇਹ ਚੀਜ਼ ਹੁੰਦੀ ਹੈ। ਔਰ ਵੈਸੇ ਵੀ ਮੈਂ ਬਹੁਤ ਕਰੀਅਰ ਓਰੀਐਂਟਡ ਆ, ਇਹ ਵੀ ਹੈ। ਇੱਕ ਵਾਰੀ ਗੱਲ ਹੋ ਰਹੀ ਸੀ ਤੇ ਮੈਂ ਉਹਨਾਂ ਨੂੰ ਕਹਿੰਦੇ ਕਿ ਤੁਹਾਡਾ ਮੈਰਿਜ ਬਾਰੇ ਕੀ ਪਲਾਨ ਹੈ, ਤੇ ਮੈਂ ਕਿਹਾ ਕਿ ਆਈ ਐਮ ਵੈਰੀ ਕਰੀਅਰ ਓਰੀਐਂਟਡ। ਤੇ ਕਹਿੰਦੇ ਉਹ ਤਾਂ ਮੈਂ ਵੀ ਹਾਂ। ਮੈਂ ਕਿਹਾ ਨਹੀਂ, ਐਕਚੁਅਲੀ ਮੈਨੂੰ ਇਹ ਲੱਗਦਾ ਹੁੰਦਾ ਕਿ ਮੈਂ ਜ਼ਿੰਦਗੀ ਵਿੱਚ ਕਿਸੇ ਨੂੰ ਦੱਸ ਪਾਵਾਂ ਕਿ ਹੂ ਇਜ਼ ਰਮਪ੍ਰੀਤ, ਜਾਂ ਮੈਨੂੰ ਕਹਿਣਾ ਕਹੇ ਕਿ ਉਹ ਦੇਖੋ ਰਮਪ੍ਰੀਤ ਚਲੀ ਆ ਰਹੀ ਹੈ, ਤੇ ਮੇਰਾ ਮਾਈਂਡ ਦਾ ਲੈਵਲ ਇਹ ਹੈ। ਤੇ ਕਹਿੰਦੇ ਮੇਰਾ ਵੀ ਤਾਂ ਇਹੋ ਹੀ ਹੈ ਨਾ। ਮੀਨਸ ਉਸ ਦਿਨ ਤੋਂ ਥੋੜਾ ਜਿਹਾ ਜ਼ਿਆਦਾ ਅਟੈਚਮੈਂਟ ਵੱਧ ਗਈ ਸੀ। ਇਹ ਗੱਲਾਂ ਬਹੁਤ ਮਾਇਨੇ ਰੱਖਦੀਆਂ ਕਿ ਕੋਈ ਨਾ ਕਿਵੇਂ ਸੋਚ ਰਿਹਾ, ਜਾਂ ਜਦੋਂ ਕੋਈ ਖਾਣਾ ਖਾ ਰਿਹਾ ਇੱਕਦਮ ਬਰਤਨ ਚੱਕ ਕੇ ਰੱਖ ਆਉਣਗੇ, ਤੇ ਮੈਂ ਉਹਨੂੰ ਕਹਾਂਗੀ ਨਾ ਕਰਨਾ, ਮੈਂ ਉਠਾ ਦਿੰਦੀ ਹਾਂ। ਉਹ ਕਹਿਣਗੇ ਭਾਂਡੇ ਚੱਕਣ ਵਾਸਤੇ ਥੋੜ੍ਹਾ ਰੱਖਿਆ ਹੈ। ਹੁਣ ਮੀਨਸ ਉਹ ਨੈਚੁਰਲ ਨਿਕਲ ਕੇ ਆਉਂਦੀ ਨਾ ਜਦੋਂ ਵਾਲੀ ਗੱਲ, ਔਰ ਬੜਾ ਹੀ ਅੱਛਾ ਲੱਗਦਾ, ਬੜਾ ਸਕੂਨ ਮਿਲਦਾ ਹੈ ਕਿ ਮੈਂ ਆਈ ਥਿੰਕ ਲਾਈਫ ਦਾ ਸਭ ਤੋਂ ਅੱਛਾ ਡਿਸੀਜਨ ਲਿੱਤਾ ਹੈ। ਮੈਂ ਦੇਖ ਸਕਦੀ ਥੋੜਾ ਜਿਹਾ ਇਮੋਸ਼ਨਲ ਹੋ ਗਿਆ, ਬਟ ਇਟਸ ਓਕੇ। ਅੱਛਾ, ਮੇਰੇ ਦਿਮਾਗ 'ਚ ਜੋ ਤੁਸੀਂ ਆ ਗੱਲ ਦੱਸ ਰਹੇ ਸੀਗੇ ਨਾ, ਤਾਂ ਇੱਕ ਗੱਲ ਆਈ ਕਿ ਪਹਿਲੀ ਡੇਟ, ਪਹਿਲੀ ਮੀਟਿੰਗ, ਫੇਸਬੁੱਕ ਤੇ ਤਾਂ ਗੱਲਾਂ ਹੋਈਆਂ, ਪਹਿਲੀ ਡੇਟ, ਪਹਿਲੀ ਮੀਟਿੰਗ, ਉਹ ਕਿਹੜਾ ਟਾਈਮ ਸੀ? ਉਹਨੂੰ ਡੇਟ ਨਹੀਂ ਕਹਿ ਸਕਦੇ, ਕੈਜੂਅਲ ਮੀਟਿੰਗ। ਉਹ ਕੈਜੂਅਲ ਮੀਟਿੰਗ ਸੀ। ਅਸੀਂ ਫਸਟ ਟਾਈਮ ਮਿਲਣਾ ਸੀ,
ਔਰ ਡ੍ਰਿਜ਼ਲਿੰਗ ਹੋ ਰਹੀ ਸੀ ਉੱਪਰੋਂ, ਥੋੜੀ ਥੋੜੀ ਬਾਰਿਸ਼ ਹੋ ਰਹੀ ਸੀ ਔਰ ਫੇਸ 5 ਦੀ ਮਾਰਕੀਟ ਸੀ ਔਰ ਮੈਂ ਵੀ ਬਹੁਤ ਡਰੀ ਹੋਈ ਕਿ ਮੈਂ ਕਵਲ ਨੂੰ ਅੱਜ ਫਸਟ ਟਾਈਮ ਮਿਲਣਾ, ਹੁਣ ਮੈਂ ਉਹਨਾਂ ਪਤਾ ਨਹੀਂ ਕਿਹੜੀ ਗੱਲ ਕਰਨੀ ਹੈ ਤੇ ਐਜ਼ ਏ ਫਰੈਂਡ ਮਿਲਣਾ ਸੀ ਅਸੀਂ ਔਰ ਡ੍ਰਿਜ਼ਲਿੰਗ ਹੋ ਰਹੀ ਸੀ ਔਰ ਇਹ ਗੱਡੀ 'ਚ ਨਿਕਲੇ ਔਰ ਚਾਕਲੇਟ ਔਰ ਫਲਾਵਰ ਫੜਾ ਦਿੱਤਾ ਨਾਲ ਮੈਨੂੰ। ਮੈਂ ਕਿਹਾ ਲੱਗਦਾ ਕੁਝ ਜ਼ਿਆਦਾ ਸੀਰੀਅਸ ਹੋ ਗਏ ਬਟ ਜਿਸ ਟਾਈਮ ਅਸੀਂ ਖਾਣਾ ਖਾਣ ਲਈ ਬੈਠੇ ਹੋਏ ਸੀ ਇਹਨਾਂ ਨੇ ਮੈਨੂੰ ਜਿਸ ਤਰ੍ਹਾਂ ਆਪਾਂ ਗੱਲਾਂ-ਬਾਤ ਕਰ ਰਹੇ ਨਾ ਐਸਾ ਲੱਗ ਰਿਹਾ ਸੀ ਜਿਸ ਤਰ੍ਹਾਂ ਬੜੇ ਪੁਰਾਣੇ ਫਰੈਂਡਸ ਹੁੰਦੇ ਆ। ਉਹ ਬੜੀ ਅੱਛੀ ਮੀਟ ਸੀ, ਬਹੁਤ ਹੀ ਅੱਛੀ। ਜਿਹੜੀ ਪ੍ਰਪੋਜ਼ਲ ਮੀਟ ਹੈ ਉਹ ਇੱਕ ਡਿਫਰੈਂਟ ਮੀਟ ਹੈ, ਜਿਹੜੀ ਉਹ ਮੈਰੀਗੋ ਰਾਉਂਡ ਦੇ ਉੱਪਰ ਹੈ ਉਹ ਇੱਕ ਥ੍ਰਿਲਿੰਗ ਮੀਟ ਸੀ, ਉਹ ਬੜੀ ਅੱਛੀ। ਮੈਨੂੰ ਇਹ ਫੀਲ ਹੁੰਦਾ ਸੀ ਦੋਨੋਂ ਹਜੇ ਖੁਦ ਹੀ ਬੱਚੇ ਹੈਗੇ, ਖੁਦ ਹੀ ਬੱਚੇ ਮੀਨਸ ਸਾਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਕਿ ਕਿੰਦਾ ਚੀਜ਼ਾਂ ਕਿਵੇਂ ਸੰਭਾਲਣੀਆਂ ਇੱਧਰ ਉੱਧਰ ਵਾਲੀ ਮੰਮਾ ਸੰਭਾਲ ਕੇ ਦੇ ਰਹੇ ਹੁੰਦੇ ਸਾਨੂੰ। ਆਈ ਥਿੰਕ ਅਸੀਂ ਖੁਦ ਹੀ ਕਿਡਸ ਹੈਗੇ ਇੱਕ ਤਰ੍ਹਾਂ ਦੇ ਹਜੇ ਹੈਗੇ। ਆਈ ਥਿੰਕ ਦਾ ਕੀ ਮਤਲਬ ਹੈਗੇ ਹੀ ਹੈਗੇ। ਆਈ ਵਾਟ ਡੂ ਯੂ ਮੀਨ ਬਾਈ ਆਈ ਥਿੰਕ ਆਲਰੇਡੀ ਹੈਗੇ ਆ। ਸਾਡੇ ਦਿਮਾਗ 'ਚ ਇਹੋ ਜਿਹੀ ਗੱਲਾਂ ਆਉਂਦੀਆਂ ਨਹੀਂ, ਸਾਨੂੰ ਇਹ ਹੁੰਦਾ ਕਿ ਕੁਛ ਸ਼ੈਤਾਨੀ ਕਰ ਲਈਏ, ਕੁਛ ਸ਼ੈਤਾਨੀ ਕਰਨ ਵਾਲਾ ਕੋਈ ਜਗ੍ਹਾ ਲੱਭ ਜਾਏ। ਬਸ ਜੁਗ ਨਾ ਜੁਗ ਟਕਰਿਆ ਹੋਇਆ ਹੈ ਨਾ। ਮੈਂ ਜਰਾ ਨੇ ਸਿਖਾ ਦਿੱਤੀਆਂ ਮੈਨੂੰ ਕੁਛ ਸ਼ੈਤਾਨੀਆਂ ਕਿ ਜਿਵੇਂ ਕਹਿ ਰਹੇ ਕਿ ਠੰਡ ਲੱਗ ਰਹੀ ਹੈ, ਹਾਂ ਠੰਡ ਲੱਗ ਰਹੀ, ਜਾ ਕੇ ਬਰਫ਼ ਲੈਣੀ, ਇਹਨਾਂ ਨੂੰ ਵੀ ਠੰਡ ਲੱਗ ਰਹੀ ਹੈ, ਇਹਨਾਂ ਨੂੰ ਜ਼ਿਆਦਾ ਠੰਡ ਲੱਗ ਰਹੀ ਹੈ ਤੇ ਮੀਨਸ ਬਰਫ਼ ਪਾ ਦੇਣੀ। ਹੁਣ ਲੱਗ ਰਹੀ ਹੈ ਠੰਡ, ਦੱਸੋ ਇਹ ਚੀਜ਼ ਇਹ ਜੇ ਸਿਖਾ ਦਿੱਤੀਆਂ ਇਹਨਾਂ ਨੂੰ ਤੇ ਕੋਈ ਆਰਾਮ ਨਾਲ ਬੈਠਾ ਆ, ਜਾ ਕੇ ਸਪਰੇਅ ਕਰ ਦੋ ਫੇਸ ਦੇ ਉੱਪਰ, ਮਜ਼ਾ ਆਉਂਦਾ ਇਹਨਾਂ ਨੂੰ। ਓਹੋ ਸੋ ਕਦੀ ਕਦੀ ਇਰੀਟੇਟ ਨਹੀਂ ਹੁੰਦੇ ਭਾਬੀ ਕਿ ਕਮਲ ਕੀ ਆ ਯਾਰ, ਮਤਲਬ ਐਵੇਂ ਨਹੀਂ ਹੁੰਦਾ? ਨਹੀਂ, ਮੈਨੂੰ ਇਹ ਲੱਗਦਾ ਕਿ ਲਾਈਫ ਦੇ ਵਿੱਚ ਮੇਰੀ ਲਾਈਫ ਦੇ ਵਿੱਚ ਇਹ ਵਾਲਾ ਸਪਾਰਕ ਬਹੁਤ ਜ਼ਰੂਰੀ ਸੀ ਕਿਉਂਕਿ ਮੈਂ ਬਹੁਤ ਹੀ ਸਲੋ ਆ। ਕਈ ਵਾਰੀ ਮੈਂ ਆਰਾਮ ਨਾਲ ਬੈਠੀ ਹੋਵਾਂਗੀ ਕਈ ਵਾਰ ਇਹ ਸੋ ਰਹੀ ਹੁੰਦੀ ਹੈ, ਇੰਨੀ ਜ਼ਿਆਦਾ ਸਲੋ ਹੈ ਯਾਰ ਮੈਂ ਕਿਉਂ ਸੋ ਰਹੀ ਹਾਂ, ਖਾ ਰਹੀ ਹੁੰਦੀ ਹੈ ਮੈਂ ਕਿਉਂ ਖਾ ਰਹੀ ਜ਼ਿਆਦਾ ਨਹੀਂ ਹੋ ਹਾਂ, ਗਿਆ? ਜ਼ਿਆਦਾ ਹੋ ਗਿਆ। ਨਹੀਂ ਇਹ ਗੱਲ ਨਹੀਂ ਹੈ। ਨਹੀਂ ਮੀਨਸ ਮੈਨੂੰ ਇਹ ਲੱਗਦਾ ਹੈ ਕਿ ਜੇ ਤੁਹਾਡੀ ਮੈਰਿਜ ਹੋ ਗਈ ਹੈ ਤੁਹਾਨੂੰ ਇੰਨੇ ਮੈਚਿਓਰ ਹੋਣ ਦੀ ਲੋੜ ਨਹੀਂ ਹੈ, ਬਸ ਤੁਹਾਨੂੰ ਥੋੜੀ ਅੰਡਰਸਟੈਂਡਿੰਗ ਰੱਖਣ ਦੀ ਲੋੜ ਹੈ। ਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਸ਼ੈਤਾਨੀ ਠੀਕ ਹੈ, ਅੱਛੀ ਗੱਲ ਹੈ ਕਿ ਥੋੜਾ ਸਪਾਰਕ ਰਹਿੰਦਾ ਨਾ ਲਾਈਫ ਦੇ ਵਿੱਚ, ਕਲਰਫੁਲ ਚੀਜ਼ਾਂ ਨਿਕਲ ਕੇ ਆਉਂਦੀਆਂ ਵਿੱਚੋਂ ਜਾਂ ਕੁਝ ਮਜ਼ੇਦਾਰ ਚੀਜ਼ਾਂ ਨਿਕਲ ਕੇ ਆਉਂਦੀਆਂ, ਉਹ ਜ਼ਿਆਦਾ ਮਜ਼ਾ ਆਉਂਦਾ ਸਗੋਂ। ਸੋ ਥੈਂਕ ਯੂ ਸੋ ਮਚ ਕਮਲ ਜੀ ਐਂਡ ਸਖੀ ਜੀ, ਵੀਰੇ ਐਂਡ ਭਾਬੀ। ਬਹੁਤ ਵਧੀਆ ਲੱਗਿਆ ਤੁਹਾਡੀ ਲਵ ਸਟੋਰੀ ਜਾਣ ਕੇ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਤੁਹਾਡਾ ਥੌਟ ਪ੍ਰੋਸੈਸ ਜਾਣ ਕੇ। ਤੇ ਮੈਨੂੰ ਵਾਕਈ ਟੱਚਵੁੱਡ ਐਂ ਫੀਲ ਹੋ ਰਿਹਾ ਕਿ ਕਦੇ ਕਿਸ ਦੀ ਨਜ਼ਰ ਨਾ ਲੱਗੇ ਤੁਹਾਡੇ ਕਪਲ ਨੂੰ। ਐਂ ਹੀ ਤੁਸੀਂ ਦੋਨੋਂ ਹੱਸਦੇ ਰਹੋ ਤੇ ਆਉਣ ਵਾਲੇ ਸਮੇਂ 'ਚ ਵੀ ਸਿੱਧੇ ਮਿਲਦੇ ਰਹੀਏ ਤੇ ਭਾਬੀ ਦੇ ਗੋਰੇ ਗੋਰੇ ਹੱਥਾਂ ਦੀ ਚਾਵਾਂ ਪੀਂਦੇ ਰਹੀਏ। ਬਿਲਕੁਲ ਬਿਲਕੁਲ ਪਿਆਵਾਂਗੇ ਚਾਹ ਵੀ ਤੁਹਾਨੂੰ। ਸੋ ਇੱਕ ਵਾਰੀ ਫਿਰ ਤੋਂ ਹੈਪੀ ਵੈਲੈਂਟਾਈਨਸ ਵੀਕ, ਹੈਪੀ ਵੈਲੈਂਟਾਈਨਸ ਡੇ। ਤੁਹਾਡਾ ਫਰਸਟ ਵੈਲੈਂਟਾਈਨਸ ਹੈ ਤੇ ਇੱਦਾਂ ਹੀ ਤੁਸੀਂ 60+ ਵੈਲੈਂਟਾਈਨਸ ਆਪਸ 'ਚ ਹੈ ਨਾ, ਮੈਂ ਕਹਿੰਦੀ ਹਾਂ ਸਿਲਵਰ ਜੁਬਲੀ, ਗੋਲਡਨ ਜੁਬਲੀ, ਸਾਰੀਆਂ ਜੁਬਲੀਆਂ ਜਿੰਨੀਆਂ ਵੀ ਹੁੰਦੀਆਂ ਨੇ ਸਾਰੀਆਂ ਇਕੱਠੇ ਦੇਖੋ ਤੇ ਸਾਰੇ ਇਕੱਠੇ ਵੈਲੈਂਟਾਈਨਸ ਮਨਾਓ। Thank you, ji. Thank you so much. Happy I, Valentine's Day. I wish the same to you. ਮੁੰਡਾ ਤਾਂ ਲੱਭ ਦੋ, ਉਹ ਲੱਭਿਆ ਜਾਏਗਾ ਆਪੇ। ਸੋ ਇਹ ਸੀ ਜੀ ਮੇਰੇ ਨਾਲ ਕਮਲ ਜੀ ਤੇ ਸਖੀ ਜੀ, ਜੋ ਕਿ ਸਾਡੇ ਬਾਲੀਵੁੱਡ ਇੰਡਸਟਰੀ ਦੇ ਬਹੁਤ ਚੰਗੇ ਕਲਾਕਾਰ ਨੇ। ਸਖੀ ਜੀ ਕਾਫੀ ਲੰਬੇ ਸਮੇਂ ਤੋਂ ਇਸ ਇੰਡਸਟਰੀ ਦੇ ਵਿੱਚ ਐਂਕਰਿੰਗ ਕਰ ਰਹੇ ਨੇ, ਤੁਸੀਂ ਉਹਨਾਂ ਨੂੰ ਅਕਸਰ ਟੀਵੀ ਸ਼ੋਜ਼ ਦੇ ਵਿੱਚ ਦੇਖਿਆ ਹੋਣਾ ਹੈ। ਤੇ ਇੱਦਾਂ ਹੀ ਕਮਲ ਜੀ ਬਹੁਤ ਸਾਰੇ ਟੀਵੀ ਪ੍ਰੋਜੈਕਟਸ ਦੇ ਵਿੱਚ, ਐਡਸ ਦੇ ਵਿੱਚ ਆਉਂਦੇ ਰਹਿੰਦੇ ਨੇ ਐਜ਼ ਐਕਟਰ। ਆਉਣ ਵਾਲੇ ਵੀ ਬਹੁਤ ਸਾਰੇ ਪ੍ਰੋਜੈਕਟਸ ਉਹਨਾਂ ਦੇ ਆ ਰਹੇ ਨੇ। ਬਾਲੀਵੁੱਡ ਦੇ ਵਿੱਚ ਵੀ ਕਈ ਫਿਲਮਾਂ ਉਹਨਾਂ ਦੀਆਂ ਹੁਣ ਤੁਸੀਂ ਦੇਖੋਗੇ। ਇੱਥੋਂ ਤੱਕ ਕਿ ਕੁਝ ਐਸੀਆਂ ਫਿਲਮਾਂ ਵੀ ਹੈਗੀਆਂ ਜੋ ਬਹੁਤ ਵੱਡੇ ਲੈਵਲ ਤੇ ਰਿਲੀਜ਼ ਹੋਣ ਜਾ ਰਹੀਆਂ, ਅਸੀਂ ਉਹਨਾਂ ਦਾ ਫਿਲਹਾਲ ਨਾਮ ਨਹੀਂ ਲਵਾਂਗੇ। ਸੋ ਇਹ ਸੀ ਜੀ ਵੈਲੈਂਟਾਈਨਸ ਸਪੈਸ਼ਲ ਕਮਲ ਜੀ ਤੇ ਉਹਨਾਂ ਦੀ ਵਾਈਫ ਦਾ ਇੱਕ ਪਿਆਰਾ ਜਿਹਾ, ਹਸਮੁਖ ਜਿਹਾ, ਚੁਲਬੁਲਾ ਜਿਹਾ ਇੰਟਰਵਿਊ। ਕਿੱਦਾਂ ਦੀ ਲੱਗੀ ਇਹ ਜੋੜੀ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਤੇ ਸਾਰੇ ਕਪਲਸ ਨੂੰ ਹੈਪੀ ਵੈਲੈਂਟਾਈਨਸ ਵੀਕ, ਹੈਪੀ ਵੈਲੈਂਟਾਈਨਸ ਡੇ। ਤੇ ਸਿੰਗਲਸ ਨੂੰ ਸੜਦੇ ਰਹੋ। ਸਤਿ ਸ਼੍ਰੀ ਅਕਾਲ ਜੀ।